ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਮੁਰਦਾ ਹੋਏ ਮੁਰੀਦ। ਮੁਰੀਦ ਦਾ ਵੈਸੇ ਅਰਥ ਕੀਤਾ ਜਾਂਦਾ ਹੈ ਸਿੱਖ, ਮੁਰੀਦ ਦਾ ਵੈਸੇ ਅਰਥ ਕੀਤਾ ਜਾਂਦਾ ਹੈ ਚੇਲਾ, ਪਰ ਅਸਲ ਦੇ ਵਿੱਚ ਮੁਰੀਦ ਸ਼ਬਦ ਜਿਹੜਾ ਹੈ ਇਹ ਅਰਬੀ ਭਾਸ਼ਾ ਦਾ ਸ਼ਬਦ ਹੈ। ਇਹਦਾ ਮਤਲਬ ਇਹ ਹੁੰਦਾ ਹੈ ਜਿਹੜਾ ਆਪਣੇ ਮੁਰਸ਼ਦ ਦੇ ਅੱਗੇ, ਆਪਣੇ ਗੁਰੂ ਦੇ ਅੱਗੇ ਵਚਨਬੱਧ ਹੋ ਗਿਆ ਹੈ। ਵਚਨਬੱਧ ਜਿਹੜਾ ਇਸ ਗੱਲ ਦੀ ਕਮਿਟਮੈਂਟ ਲੈ ਕੇ ਚੱਲਦਾ ਹੈ ਵੀ ਮੈਂ ਗੁਰੂ ਦੇ ਬੋਲਾਂ ਨੂੰ ਕਮਾਵਾਂਗਾ। ਇੱਕ ਤੇ ਹੁੰਦਾ ਹੈ ਨਾ ਵੀ ਚਲੋ ਦਾਖਲਾ ਲੈ ਲਿਆ ਤੇ ਨਹੀਂ ਆਖੇ ਲੱਗਦੇ ਤੇ ਕੋਈ ਗੱਲ ਨਹੀਂ। ਮੁਰੀਦ ਕਿਹਾ ਹੀ ਉਹਨੂੰ ਜਾਂਦਾ ਹੈ ਜਿਹੜਾ ਇਸ ਗੱਲ ਦੇ ਉੱਤੇ ਕਮਿਟਡ ਹੈ ਵੀ ਹਾਂ ਜੋ ਗੁਰੂ ਕਹੇਗਾ ਮੈਂ ਉਸ ਨੂੰ ਮੰਨਾਂਗਾ, ਜਿਹਨੇ ਅਹਿਦ ਕਰ ਲਿਆ ਹੈ, ਜਿਹਨੇ ਵਾਅਦਾ ਕਰ ਲਿਆ ਹੈ। ਉਹਨੂੰ ਭਾਈ ਗੁਰਦਾਸ ਸਾਹਿਬ ਕਹਿੰਦੇ ਵੀ ਮੁਰੀਦ ਕਿਹੜਾ ਹੈ? ਮੁਰੀਦ ਅਸਲ ਦੇ ਵਿੱਚ ਹੈ ਹੀ ਉਹ ਹੈ ਜਿਹਨੇ ਆਪਣੇ ਆਪ ਨੂੰ ਮੁਰਦਾ ਜਾਣ ਲਿਆ ਹੈ। ਹੁਣ ਵੇਖਣ ਨੂੰ ਸਿੱਧੇ ਅਰਥਾਂ ਦੇ ਵਿੱਚ ਇਹ ਗੱਲ ਬੜੀ ਵੱਖਰੀ ਲੱਗਦੀ ਹੈ, ਪਰ ਅਸਲ ਦੇ ਵਿੱਚ ਇੱਥੇ ਮੁਰਦੇ ਦਾ ਭਾਵ ਕੀ ਹੈ? ਮੁਰਦਾ, ਡੈਡ ਬੋਡੀ ਜਿਹਨੂੰ ਕਿਹਾ ਜਾਂਦਾ ਹੈ। ਹੁਣ ਜੇ ਸਿੱਧੇ ਅਰਥ ਵੇਖਾਂਗੇ ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਵੀ ਸਿੱਖ ਜਿਹੜਾ ਹੈ ਨਾ, ਜਿਹੜਾ ਵਾਕਿਆ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸਿੱਖੀ ਨੂੰ ਕਮਾਉਣਾ ਚਾਹੁੰਦਾ ਹੈ, ਉਹ ਇੱਦਾਂ ਹੈ ਵੀ ਜਿੱਦਾਂ ਮੁਰਦਾ ਹੋਵੇ। ਤੇ ਬਾਹਰ ਦੀ ਦੁਨੀਆ ਦੇ ਵਿੱਚ ਵੇਖੋ ਕੌਣ ਆਪਣੇ ਆਪ ਨੂੰ ਮੁਰਦਾ ਮੰਨਣਾ ਚਾਹੁੰਦਾ ਹੈ? ਤੇ ਸਾਰੇ ਤੇ ਕਹਿੰਦੇ ਵੀ ਮੈਂ ਨਜ਼ਰ ਆਉਣਾ ਚਾਹੁੰਦਾ ਵੀ ਮੈਂ ਗੁਰਦੁਆਰੇ ਆਇਆ ਹਾਂ ਤੇ ਮੈਨੂੰ ਨਜ਼ਰ ਕਿਉਂ ਨਹੀਂ ਆਇਆ ਲੋਕਾਂ ਨੂੰ ਵੀ ਮੈਂ ਆਇਆ ਸੀ। ਕਿੰਨੇ ਬੰਦੇ ਨਾਰਾਜ਼ ਹੋ ਕੇ ਚਲੇ ਜਾਂਦੇ ਨੇ। ਚਲੋ ਇਹਨੂੰ ਅਸੀਂ ਬਾਅਦ ਦੇ ਵਿੱਚ ਰੱਖਦੇ ਹਾਂ, ਪਹਿਲਾਂ ਇਸ ਪਾਸੇ ਨੂੰ ਵਿਚਾਰ ਲਈਏ। ਮੁਰਦੇ ਦਾ ਇੱਥੇ ਭਾਵ ਕੀ ਹੈ? ਜਿੱਦਾਂ ਉਹਦੀਆਂ ਆਪਣੀਆਂ ਕੋਈ ਮੰਗਾਂ ਨਹੀਂ ਰਹਿ ਜਾਂਦੀਆਂ। ਇਹ ਸਾਰਾ ਕੁਝ ਜਿਉਂਦਿਆਂ ਹੀ ਹੁੰਦਾ ਵੀ ਜਦੋਂ ਮੈਂ ਚੜ੍ਹਾਈ ਕਰ ਗਿਆ ਮੇਰੇ ਉੱਤੇ ਉਹ ਚਾਦਰ ਪਾਇਓ, ਮੇਰੇ ਉੱਤੇ ਆਹ ਪਾ ਦਿਓ। ਬਾਅਦ ਦੇ ਵਿੱਚ ਕੋਈ ਪਾਵੇ ਨਾ ਪਾਵੇ ਉਹਨੇ ਲੜ ਥੋੜ੍ਹਾ ਲੈਣਾ ਆ ਕੇ, ਉਹਨੇ ਜਿੱਦ ਥੋੜ੍ਹਾ ਕਰ ਲੈਣੀ ਹੈ ਵੀ ਮੇਰੇ ਲਈ ਤੁਸੀਂ ਇਹ ਕੁਝ ਕਿਉਂ ਨਹੀਂ ਕੀਤਾ। ਕੀ ਫਰਕ ਪੈਂਦਾ ਵੀ ਉਹਦੇ ਲਈ 4 ਸਬਜ਼ੀਆਂ ਬਣਾਤੀਆਂ ਤੇ ਇੱਕ ਵੀ ਨਹੀਂ ਬਣਾਈ? ਕੀ ਫਰਕ ਪੈ ਗਿਆ? ਉਹਨੇ ਲੜ ਦੇਣਾ ਆ ਕੇ, ਕੋਈ ਫਰਕ ਨਹੀਂ ਪਿਆ। ਇਹਦਾ ਮਤਲਬ ਹੈ ਵੀ ਜਿਨਨੇ ਆਪਣੀਆਂ ਖਾਹਿਸ਼ਾਂ ਨੂੰ ਛੱਡ ਦਿੱਤਾ ਹੈ, ਜਦੋਂ ਗੁਰੂ ਦੇ ਕੋਲ ਆਪਣੇ ਆਪ ਨੂੰ ਅਰਪਣ ਕਰ ਦਿੱਤਾ ਹੈ, ਅਹਿਦ ਲੈ ਲਿਆ ਹੈ ਇਸ ਗੱਲ ਦਾ, ਇੱਦਾਂ ਕਹਿ ਲਈਏ ਵੀ ਉਹਨੇ ਇਰਾਦਾ ਕਰ ਲਿਆ ਹੈ ਵੀ ਮੈਂ ਗੁਰੂ ਦੇ ਕੋਲੋਂ ਸਿੱਖੀ ਸਿੱਖਣੀ ਹੈ, ਮੁਰੀਦ ਬਣ ਗਿਆ ਹੈ। ਤੇ ਪਹਿਲੀ ਸ਼ਰਤ ਭਾਈ ਗੁਰਦਾਸ ਸਾਹਿਬ ਨੇ ਰੱਖੀ ਹੈ ਵੀ ਭਾਈ ਉਹ ਮੁਰਦਾ ਹੋਵੇ। ਮੁਰਦਾ ਹੋਣ ਦਾ ਮਤਲਬ ਫਿਰ ਮੈਂ ਸਮਝਾ ਦੇਵਾਂ, ਇਸ ਸਰੀਰ ਦੀ ਮੌਤ ਨਹੀਂ ਹੈ। ਮੁਰਦਾ ਹੋਣ ਦਾ ਮਤਲਬ ਹੈ ਵੀ ਗੁਰੂ ਨਾਲ ਚਲਾਕੀਆਂ ਬੰਦ ਕਰਨੀਆਂ ਪੈਂਦੀਆਂ ਨੇ, ਆਪਣੀਆਂ ਅਕਲਾਂ ਦੇ ਘੋੜੇ ਜਿਹੜੇ ਨੇ ਨਾ ਉਹ ਰੋਕਣੇ ਪੈਂਦੇ ਨੇ। ਉੱਥੇ ਇਹ ਨਹੀਂ ਗੱਲ ਹੁੰਦੀ ਵੀ ਗੁਰੂ ਸਾਹਿਬ ਤੁਸੀਂ ਤੇ ਇੱਦਾਂ ਕਹਿੰਦੇ ਜੇ ਆਹ ਗੱਲ ਇੱਦਾਂ ਕਹਿ ਦਿੰਦੇ ਤੇ ਫਿਰ ਹੋਰ ਜ਼ਿਆਦਾ ਵਧੀਆ ਹੋ ਜਾਣੀ ਸੀ। ਜਿੱਦਾਂ ਮੈਂ ਅਕਸਰ ਕਹਿੰਦਾ ਹੁੰਦਾ ਵੀ ਕਈ ਇੱਦਾਂ ਦੇ ਵੀ ਗਿਆਨੀ ਨੇ ਸਾਡੇ ਵਿੱਚ ਜਿਹੜੇ ਇਹ ਕਹਿੰਦੇ ਨੇ ਵੀ ਜੇ ਕਿਤੇ ਮਹਾਰਾਜ ਕੇਸ ਰੱਖਣ ਨੂੰ ਨਾ ਕਹਿੰਦੇ ਤੇ ਸਿੱਖੀ ਬੜੀ ਫੈਲਣੀ ਸੀ, ਤੇ ਫਿਰ ਸਿੱਖੀ ਕਾਹਦੀ ਰਹਿ ਜਾਣੀ ਸੀ? ਇਹੋ ਜਿਹੀ ਭੀੜ ਤੇ ਪਹਿਲਾਂ ਵੀ ਦੁਨੀਆ ਦੇ ਵਿੱਚ ਕਿਤੇ ਥੋੜ੍ਹੀ ਤੁਰੀ ਫਿਰਦੀ ਹੈ। ਮਹਾਰਾਜ ਜੀ ਅੰਮ੍ਰਿਤ ਛਕਣ ਨੂੰ ਨਾ ਕਹਿੰਦੇ ਤੇ ਤੁਹਾਡੇ ਸਾਹਮਣੇ ਉਦਾਹਰਣ ਹੈ, ਪਹਾੜੀ ਕਹਿੰਦੇ ਸੀ ਵੀ ਅਸੀਂ ਅੰਮ੍ਰਿਤ ਤੇ ਛਕ ਲਵਾਂਗੇ ਪਰ ਸਾਡਾ ਬਾਟਾ ਵੱਖਰਾ ਰੱਖ ਦਿਓ। ਤੇ ਮਹਾਰਾਜ ਕਹਿੰਦੇ ਫਿਰ ਤੁਹਾਡੇ ਵਿੱਚ ਤੇ ਸਾਡੇ ਵਿੱਚ ਫਰਕ ਕੀ ਰਹਿ ਜਾਣਾ? ਜਾਤਾਂ ਪਾਤਾਂ ਪਹਿਲਾਂ ਚੱਲੀਆਂ ਆਉਂਦੀਆਂ ਨੇ, ਜਾਤਾਂ ਪਾਤਾਂ ਹੁਣ ਚੱਲੀਆਂ ਆਉਂਦੀਆਂ ਨੇ। ਉਹ ਫਿਰ ਗੁਰੂ ਦਾ ਅੰਮ੍ਰਿਤ ਥੋੜ੍ਹਾ ਹੋ ਗਿਆ, ਉਹ ਤਾਂ ਤੁਹਾਡਾ ਅੰਮ੍ਰਿਤ ਹੋ ਗਿਆ ਨਾ, ਵੀ ਜਿਹੜਾ ਤੁਸੀਂ ਆਪਣੀ ਮਰਜ਼ੀ ਦਾ ਵੱਖਰਾ ਛਕਦੇ ਪਏ। ਜਿਹੜਾ ਆਪਣੇ ਆਪ ਦੀਆਂ ਮਰਜ਼ੀਆਂ ਦੱਸਦਾ ਪਿਆ ਹੈ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਇਹ ਕਹਿੰਦੇ ਨੇ, ਅੱਗੋਂ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਲਾਹਾਂ ਦੇਣ ਦੇ ਲਈ ਤਿਆਰ ਵੀ ਮਹਾਰਾਜ ਆਹ ਗੱਲ ਤੁਸੀਂ ਇੱਦਾਂ ਨਹੀਂ ਕੀਤੀ, ਇਹ ਗੱਲ ਇੱਦਾਂ ਹੋਣੀ ਚਾਹੀਦੀ ਸੀ ਤੇ ਫਿਰ ਜ਼ਿਆਦਾ ਵਧੀਆ ਸੀ। ਉਹ ਸਿੱਖ ਕਾਹਦਾ ਹੋ ਗਿਆ ਜਿਹੜਾ ਗੁਰੂ ਸਾਹਿਬ ਨੂੰ ਸਲਾਹਾਂ ਦੇਵੇ। ਚਲੋ ਆਪਾਂ ਇੱਕ ਛੋਟੀ ਜਿਹੀ ਉਦਾਹਰਣ ਹੈ, 2-3 ਸਾਖੀਆਂ ਨੇ ਇਸ ਪਾਸੇ ਦੀਆਂ, ਮੈਂ ਫਿਰ ਕਹਿ ਦੇਵਾਂ। ਇੱਕ ਹੁੰਦਾ ਹੈ ਵੀ ਮੈਨੂੰ ਪਤਾ ਹੈ ਮੈਂ ਗਲਤ ਰਸਤੇ ਦੇ ਉੱਤੇ ਚੱਲ ਰਿਹਾ ਹਾਂ ਤੇ ਮੇਰੇ ਕੋਲੋਂ ਗੁਰੂ ਦੇ ਦੱਸੇ ਰਸਤੇ ਦੇ ਉੱਤੇ ਅਜੇ ਚੱਲਿਆ ਨਹੀਂ ਜਾ ਰਿਹਾ। ਮੈਂ ਚੱਲਣਾ ਚਾਹੁੰਦਾ ਹਾਂ ਪਰ ਨਹੀਂ ਚੱਲ ਪਾ ਰਿਹਾ, ਤੇ ਰੱਬ ਕਿਰਪਾ ਕਰੇ ਕਿ ਮੈਂ ਇੱਕ ਦਿਨ ਚੱਲ ਪਵਾਂ। ਇੱਕ ਇਹ ਗੱਲ ਹੁੰਦੀ ਹੈ। ਇਹਨਾਂ ਨੂੰ ਉਹ ਬੰਦੇ ਕਿਹਾ ਜਾਂਦਾ ਹੈ ਜਿਹੜੇ ਕਿਤੇ ਨਾ ਕਿਤੇ ਤੇ ਇਸ ਰਸਤੇ ਦੇ ਉੱਤੇ ਤੁਰੀ ਪੈਣਗੇ ਵੀ ਅੱਜ ਪੂਰਾ ਨਹੀਂ ਤੁਰਿਆ ਜਾ ਰਿਹਾ, ਕੱਲ੍ਹ ਨੂੰ ਤੁਰ ਪੈਣਗੇ ਵੀ ਚਲੋ ਅੱਜ ਅੱਧਾ ਮੰਨ ਲਿਆ, ਕੱਲ੍ਹ ਨੂੰ ਹੋਰ ਮੰਨ ਲੈਣਗੇ, ਥੋੜ੍ਹਾ ਜਿਹਾ ਨੇੜੇ ਹੋ ਜਾਣਗੇ। ਪਰ ਜਿਹੜੇ ਬੰਦੇ ਅੱਗੇ ਕੁਐਸਚਨ ਮਾਰਕ ਕਰਨਾ ਸ਼ੁਰੂ ਕਰ ਦਿੰਦੇ ਨੇ ਉਹ ਬੰਦੇ ਨੇੜੇ ਨਹੀਂ ਕਦੀ ਹੋ ਪਾਉਂਦੇ। ਔਰ ਸਭ ਤੋਂ ਵੱਡੀ ਉਦਾਹਰਣ ਹੀ ਇਹ ਹੈ ਜਿਹੜੇ ਗੁਰੂ ਨੂੰ ਵੀ ਅੱਗੋਂ ਸਲਾਹਾਂ ਦੇਣ ਲੱਗ ਪੈਂਦੇ ਨੇ। ਜਿਸ ਵੇਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿਖੇ ਬਿਰਾਜਮਾਨ ਹੋਏ ਸੀ ਤੇ ਛੋਟੇ ਸਾਹਿਬਜ਼ਾਦੇ
ਤੇ ਵੱਡੇ ਸਾਹਿਬਜ਼ਾਦੇ ਇਹ ਸ਼ਹੀਦ ਹੋ ਗਏ। ਔਰ ਮਹਾਰਾਜ ਜੀ ਉੱਥੇ ਜਦੋਂ ਬਿਰਾਜਮਾਨ ਹੋਏ ਨੇ ਤੇ ਜਦੋਂ ਇਲਾਕੇ ਦੀਆਂ ਸੰਗਤਾਂ ਨੂੰ ਪਤਾ ਲੱਗਾ ਵੀ ਮਹਾਰਾਜ ਜੀ ਸਾਬੋ ਕੀ ਤਲਵੰਡੀ ਗਏ ਹੋਏ ਨੇ, ਤੇ ਮਾਝੇ ਤੋਂ ਜਿਹੜੇ ਕੁਝ ਸਿੱਖ ਨੇ ਨਾ ਉਹ ਮਹਾਰਾਜ ਜੀ ਨੂੰ ਮਿਲਣ ਦੇ ਲਈ ਗਏ ਤੇ ਸਤਿਗੁਰੂ ਦੇ ਨਾਲ ਉੱਥੇ ਬੈਠੇ ਜਦੋਂ, ਤੇ ਬੈਠ ਕੇ ਬੱਚਿਆਂ ਦੇ ਪ੍ਰਤੀ ਅਫਸੋਸ ਜਾਂ ਕੁਝ ਵੀ ਮਾਤਮਪੁਰਸ਼ੀ ਕੀਤੀ ਮਹਾਰਾਜ ਜੀ ਦੇ ਕੋਲ। ਤੇ ਵੈਸੇ ਇਹ ਗੱਲ ਜਿਹੜੀ ਹੈ ਉਹ ਮੁਕਤਸਰ ਦੇ ਨਾਲ ਸੰਬੰਧਿਤ ਹੈ ਵੀ ਮੁਕਤਸਰ ਦੇ ਅਸਥਾਨ ਦੇ ਉੱਤੇ ਜਿਹੜੀ ਇਹ ਗੱਲ ਵਾਪਰਦੀ ਹੈ। ਤਲਵੰਡੀ ਸਾਬੋ ਬਾਅਦ ਦੇ ਵਿੱਚ ਜਾਂਦੇ ਨੇ ਮਹਾਰਾਜ, ਤੇ ਉੱਥੇ ਗੱਲਬਾਤ ਹੁੰਦੀ ਹੈ, ਬੱਚਿਆਂ ਦੇ ਬਾਰੇ ਗੱਲ ਕੀਤੀ ਜਾਂਦੀ ਹੈ, ਜਾਂ ਜੋ ਵੀ ਉਹ ਕਹਿੰਦੇ ਸੀ ਵੀ ਸੱਚੇ ਪਾਤਸ਼ਾਹ ਤੁਹਾਡੇ ਕੋਲੋਂ ਅਸੀਂ ਆਨੰਦਪੁਰ ਵਿਛੜ ਗਏ, ਨਹੀਂ ਮਿਲ ਸਕੇ। ਤੇ ਉਹ ਗੱਲਾਂ ਜਦੋਂ ਸਾਰਾ ਅਫਸੋਸ ਇੱਦਾਂ ਕਹਿ ਲਈਏ ਵੀ ਸਮਾਪਤ ਹੋ ਜਾਂਦਾ ਹੈ, ਤੇ ਬਾਅਦ ਦੇ ਵਿੱਚ ਆ ਕੇ ਮਹਾਰਾਜ ਨੂੰ ਪਤਾ ਕੀ ਕਹਿੰਦੇ ਨੇ ਵੀ ਮਹਾਰਾਜ ਛੱਡੋ ਪਰਾਂ, ਔਰੰਗਜ਼ੇਬ ਨਾਲ ਕਾਹਦੇ ਲਈ ਲੜਨਾ, ਤੁਸੀਂ ਅਸੀਂ ਵਿੱਚ ਪੈ ਕੇ ਤੁਹਾਡੀ ਸੁਲਾਹ ਕਰਾ ਦਿੰਦੇ ਹਾਂ। ਇਹ ਤੁਸੀਂ ਜਦੋਂ ਵੇਖੋਗੇ ਵੀ ਅਸੀਂ ਤੁਹਾਡੀ ਨਾ ਸੁਲਾਹ ਕਰਾ ਦਿੰਦੇ ਹਾਂ। ਤੇ ਮਹਾਰਾਜ ਜੀ ਨੇ ਇੱਕ ਗੱਲ ਕਹੀ ਸੀ ਵੀ ਪਹਿਲੀ ਗੱਲ ਤੁਸੀਂ ਇਹ ਦੱਸੋ ਵੀ ਸਿੱਖ ਸਲਾਹ ਗੁਰੂ ਦੀ ਮੰਨਣ ਵਾਲਾ ਹੁੰਦਾ ਕਿ ਤੁਸੀਂ ਗੁਰੂ ਦੇ ਉੱਤੇ ਹੁਕਮ ਚਲਾਉਣ ਆਏ ਦੇ ਵੀ ਗੁਰੂ ਇੱਦਾਂ ਕਰ ਲਵੇ। ਦੂਸਰਾ ਪਾਸਾ ਮਹਾਰਾਜ ਨੇ ਇਹ ਕਿਹਾ ਵੀ ਜੇ ਤੁਸੀਂ ਸੁਲਾਹ ਹੀ ਕਰਨੀ ਸੀ ਤੇ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ ਤੁਸੀਂ ਉਦੋਂ ਸੁਲਾਹ ਕਿਉਂ ਨਹੀਂ ਕਰਾਈ? ਜਿਸ ਦਿਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ ਤੁਸੀਂ ਉਦੋਂ ਸੁਲਾਹ ਕਿਉਂ ਨਹੀਂ ਕਰਾਈ? ਅੱਜ ਤੁਹਾਨੂੰ ਆਪਣੀਆਂ ਜ਼ਮੀਨਾਂ ਦੇ ਡਰ ਪੈ ਗਏ ਨੇ ਵੀ ਜੇ ਹੋਰ ਲੜੇ ਤੇ ਸਾਡੀਆਂ ਜ਼ਮੀਨਾਂ ਨਿਕਲ ਜਾਣੀਆਂ ਨੇ, ਅੱਜ ਤੁਸੀਂ ਸੁਲਾਹ ਵਾਲੇ ਪਾਸੇ ਤੁਰ ਪਏ ਜੀ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵਾਰੀ ਤੁਹਾਡੀ ਸੁਲਾਹ ਕਿੱਥੇ ਸੀ? ਇੱਥੋਂ ਇੱਕ ਪਾਸਾ ਕਲੀਅਰ ਹੋ ਗਿਆ ਵੀ ਉਦੋਂ ਵੀ ਇੱਦਾਂ ਦੇ ਕਿਤੇ ਨਾ ਕਿਤੇ ਲੋਕ ਬੈਠੇ ਸੀ ਜਿਹੜੇ ਮਹਾਰਾਜ ਨੂੰ ਹੀ ਮੱਤਾਂ ਦੇਣ ਵਾਲੇ ਸਮਝਦੇ ਸੀ ਵੀ ਅਸੀਂ ਮੱਤ ਦੇ ਦਿੰਦੇ ਹਾਂ, ਅਸੀਂ ਸਮਝਾ ਦਿੰਦੇ ਹਾਂ। ਫਿਰ ਇਹਦੇ ਤੋਂ ਬਿਲਕੁਲ ਉਲਟ ਗੱਲ ਜਿਹੜੀ ਇੱਥੇ ਭਾਈ ਗੁਰਦਾਸ ਸਾਹਿਬ ਕਰਦੇ ਪਏ ਨੇ, ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੇਲੇ ਦੀ ਇੱਕ ਸਾਖੀ ਆਉਂਦੀ ਹੈ। ਇਹ ਅਸੀਂ ਕਿਉਂਕਿ ਅਰਥ ਸਾਰੀ ਜਿਹੜੀ ਪੌੜੀ ਹੈ ਉਹਦੇ ਇੱਕੋ ਜਿਹੇ ਹੋਣਗੇ, ਤੇ ਆਪਾਂ ਕੁਝ ਗੱਲਾਂ ਉਹਦੇ ਵਿੱਚੋਂ ਬੇਸਿਕ ਨੇ ਜਿਹੜੀਆਂ ਸਮਝਣ ਦੀ ਕੋਸ਼ਿਸ਼ ਕਰਨੀ ਹੈ, ਜਿਹਦੇ ਵਿੱਚ ਆਪਣੀਆਂ ਮਰਜ਼ੀਆਂ ਨਹੀਂ ਚੱਲਦੀਆਂ। ਸਿੱਖੀ ਦਾ ਮਤਲਬ ਇਹ ਹੈ ਵੀ ਬਸ ਜਦੋਂ ਗੁਰੂ ਨੇ ਜੋ ਗੱਲ ਕਹਿ ਦਿੱਤੀ ਤੇ ਮੈਂ ਮੰਨਣਾ ਹੈ, ਇਸ ਗੱਲ ਦੇ ਨਾਲ ਮਤਲਬ ਨਹੀਂ ਹੈ ਵੀ ਉਹ ਗੱਲ ਕਿੱਦਾਂ ਦੀ ਹੈ। ਮੈਨੂੰ ਪਤਾ ਵੀ ਗੁਰੂ ਮੇਰੇ ਨਾਲੋਂ ਜ਼ਿਆਦਾ ਸਿਆਣਾ ਹੈ, ਗੁਰੂ ਮੇਰੇ ਨਾਲੋਂ ਸਮਝਦਾਰ ਹੈ, ਅਜੇ ਕੁਝ ਗੱਲਾਂ ਮੈਨੂੰ ਨਹੀਂ ਪਤਾ ਲੱਗਦੀਆਂ, ਉਹ ਗੁਰੂ ਨੂੰ ਪਹਿਲਾਂ ਪਤਾ ਹੈ। ਇਹ ਸਾਡੀਆਂ ਅਕਲਾਂ ਇਸ ਗੱਲ ਨੂੰ ਮੰਨਦੀਆਂ ਨੇ ਵੀ ਮੈਂ ਜ਼ਿਆਦਾ ਸਿਆਣਾ ਹਾਂ ਗੁਰੂ ਦੇ ਨਾਲੋਂ, ਗੁਰੂ ਨੂੰ ਮੇਰੇ ਨਾਲੋਂ ਕਈ ਗੱਲਾਂ ਜ਼ਿਆਦਾ ਪਤਾ ਨੇ। ਮੈਂ ਇਸ ਕਰਕੇ ਆਪਣੇ ਆਪ ਨੂੰ ਉਹਦੇ ਅੱਗੇ ਕਮਿਟਡ ਕੀਤਾ ਹੋਇਆ ਵੀ ਹਾਂ ਠੀਕ ਹੈ, ਤੁਸੀਂ ਜੋ ਕਹੋਗੇ ਮੈਂ ਉਹਨੂੰ ਕਰਨ ਦੇ ਲਈ ਤਿਆਰ ਹਾਂ। ਮੇਰੇ ਕੋਲੋਂ ਨਹੀਂ ਹੋ ਪਾਉਂਦਾ ਉਹ ਅਲੱਗ ਗੱਲ ਹੈ, ਅੱਜ ਨਹੀਂ ਤੇ ਕੱਲ੍ਹ ਹੋ ਜਾਵੇਗਾ, ਪਰ ਜੋ ਤੁਸੀਂ ਕਹਿੰਦੇ ਜੇ ਮੈਂ ਇਹਨੂੰ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਮੇਰਾ ਇਸ ਬੋਲ ਦੇ ਉੱਤੋਂ ਵੀ ਤੁਹਾਡੀ ਅੱਧੀ ਗੱਲ ਮੰਨ ਲਵਾਂ ਤੇ ਅੱਧੀ ਨਹੀਂ ਮੰਨੀ ਜਾਂਦੀ, ਉਹ ਨਾ ਮੇਰੀ ਜ਼ਿੰਦਗੀ ਦੇ ਵਿੱਚ ਆਵੇ। ਇਹਨੂੰ ਕਹਿੰਦੇ ਵਿਸ਼ਵਾਸ ਦਾ ਡੋਲਣਾ। ਸਮੇਤ ਮੇਰੇ ਅਸੀਂ ਕਹਿ ਦਿੰਦੇ ਹਾਂ ਇਸ ਗੱਲ ਨੂੰ, ਮੈਂ ਬਹੁਤ ਵਾਰ ਬੇਨਤੀ ਕਰਦਾ ਹੁੰਦਾ, ਅਸੀਂ ਕਹਿ ਦਿੰਦੇ ਹਾਂ ਇਸ ਗੱਲ ਨੂੰ ਵੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਧਿਆਨ ਦੇ ਨਾਲ ਸੋਚ ਕੇ ਵੇਖੀਏ ਵੀ ਵਾਕਿਆ ਹੀ ਗੁਰੂ ਨਾਨਕ ਸਾਹਿਬ ਸਾਡੇ ਲਈ ਵੱਡਾ ਹੈ। ਨਹੀਂ ਤੇ ਕਿਤੇ ਵੇਖ ਲਿਓ ਵੀ ਧਾਗੇ ਤੇ ਨਹੀਂ ਵੱਡੇ ਹੋ ਗਏ ਸਾਡੇ ਲਈ। ਸਾਡੇ ਲਈ ਵੇਖੋ ਸ਼ਨੀਵਾਰ ਦੇ ਨਿੰਬੂ ਮਿਰਚਾਂ ਹੀ ਸਾਡੇ ਲਈ ਵੱਡੇ ਹੋ ਜਾਂਦੇ ਨੇ। ਲੋਕੀ ਉਹਨਾਂ ਦੇ ਵਹਿਮ ਤੋਂ ਨਹੀਂ ਨਿਕਲ ਪਾਉਂਦੇ। ਦੁਕਾਨ ਖੋਲ੍ਹਣੀ ਹੈ ਜੀ, ਕਿੱਧਰ ਨੂੰ ਮੂੰਹ ਰੱਖੀਏ? ਘਰ ਬਣਾਉਣਾ ਜੀ, ਕਿੱਧਰ ਨੂੰ ਮੂੰਹ ਰੱਖੀਏ? ਅਸੀਂ ਨਹੀਂ ਨਿਕਲ ਪਾਉਂਦੇ। ਸਾਡੇ ਸਿਰਫ ਜ਼ੁਬਾਨ ਦੇ ਉੱਤੇ ਹੀ ਹੈ ਸਭ ਤੋਂ ਵੱਡਾ ਸਤਿਗੁਰੂ ਨਾਨਕ। ਡਰ ਸਾਨੂੰ ਇਹਨਾਂ ਚੀਜ਼ਾਂ ਦਾ ਹੀ ਹੈ। ਹੋਰ ਤੇ ਹੋਰ ਲੋਕਾਂ ਦਾ ਕਿਤੇ ਮੈਂ ਤੇ ਕਹਿੰਦਾ ਹੁੰਦਾ ਵੀ ਉੱਦਾਂ ਕਿਤੇ ਹਲਦੀ ਕਿਸੇ ਦੀ ਡੁੱਲੀ ਹੋਵੇ ਰਸਤੇ ਦੇ ਵਿੱਚ ਤੇ ਬਹੁਤੇ ਲੋਕੀ ਪਰਿਆਂ ਦੀ ਹੋ ਕੇ ਲੰਘਦੇ ਨੇ ਵੀ ਸ਼ਾਇਦ ਕਿਸੇ ਨੇ ਕੁਝ ਕੀਤਾ ਹੀ ਹੋਵੇ। ਇੰਨਾ ਡਰ ਸਾਡੇ ਮਨਾਂ ਦੇ ਵਿੱਚ ਅਜੇ ਕਿ ਸਾਡਾ ਅਸੀਂ ਕਹਿ ਦਿੱਤਾ ਵੀ ਸਭ ਤੋਂ ਵੱਡਾ ਸਤਿਗੁਰੂ ਨਾਨਕ। ਇਸ ਡਰ ਦੇ ਵਿੱਚੋਂ ਵੀ ਤੇ ਬਾਹਰ ਨਿਕਲੀਏ ਨਾ। ਜੋ ਗੁਰੂ ਨੇ ਮੇਰੇ ਲਈ ਕਹਿ ਦਿੱਤਾ ਹੈ ਤੇ ਮੈਂ ਉਹਨੂੰ ਇਸ 100% ਮੰਨ ਕੇ ਚੱਲਣ ਦੇ ਲਈ ਤਿਆਰ ਹਾਂ ਵੀ ਮਹਾਰਾਜ ਜੋ ਤੁਸੀਂ ਕਰ ਦਿੱਤਾ ਹੈ ਨਾ ਤੇ ਮੈਂ ਉਹਨੂੰ ਕਰਾਂਗਾ। ਬਸ ਉਹ ਹੈ ਮੁਰਦਾ ਹੋਣਾ, ਉਹ ਹੈ ਗੁਰੂ ਦੀ ਗੱਲ ਨੂੰ ਮੰਨਣਾ। ਇੱਕ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਵੇਲੇ ਦੀ ਗਾਥਾ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਮੇਂ ਦੇ ਵਿੱਚ ਵੀ ਵਾਪਰਦੀ ਹੈ ਤੇ ਆਪ ਜੀ ਨੇ ਸ਼ਾਇਦ ਪਹਿਲਾਂ ਕਦੀ ਸੁਣੀ ਹੋਵੇ। ਤੇ ਉਹ ਗੱਲ ਇੱਦਾਂ ਚੱਲਦੀ ਹੈ ਵੀ ਕਹਿੰਦੇ ਵੀ ਇੱਕ ਵਾਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨਾ ਆਪਣੀ ਜ਼ਿੰਦਗੀ ਦੇ ਵਿੱਚ ਕਈ ਕੌਤਕ ਵਰਤਾਉਂਦੇ ਰਹਿੰਦੇ ਸੀ, ਕਈ ਖੇਡਾਂ ਵਰਤਾਉਂਦੇ ਰਹਿੰਦੇ ਹੁੰਦੇ ਸੀ। ਤੇ ਇੱਕ ਵਾਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੇ ਜਿਹੜੇ ਸਰੀਰ ਦੇ ਕੱਪੜੇ ਸੀ ਕਰਤਾਰਪੁਰ ਦੇ ਵਿੱਚ ਰਹਿੰਦਿਆਂ ਉਹ ਲਗਭਗ ਉਹਨਾਂ ਬੰਦਿਆਂ ਵਾਲੇ ਬਣਾ ਲਏ ਜਿਨ੍ਹਾਂ ਨੂੰ ਸ਼ਿਕਾਰੀ ਕਿਹਾ ਜਾਂਦਾ ਹੈ। ਸ਼ਬਦ ਵਰਤਦਾ ਪਿਆ ਹਾਂ, ਮਾਫੀ ਕਰ ਦਿਓ, ਪਰ ਕਿਉਂਕਿ ਉਹ ਸ਼ਬਦ ਲਿਖਿਆ ਪਿਆ ਹੈ ਤੇ ਉਹ ਇਹਦੇ ਵਿੱਚ ਕੀ ਹੁੰਦਾ ਵੀ ਉਹਦੇ ਵਿੱਚ ਉਹ ਜਿਹੜੇ ਇਹ ਬੰਦੇ ਹੁੰਦੇ ਨੇ ਨਾ ਆਪਣੇ ਨਾਲ ਇਹ ਕੁੱਤੇ ਲੈ ਕੇ ਤੇ ਤੁਰ ਪੈਂਦੇ ਨੇ ਤੇ ਨਾਲ ਉਹਨਾਂ ਦੇ ਕੱਪੜੇ ਵੀ ਫਿਰ ਉੱਦਾਂ ਦੇ ਵੀ ਜਿਹਦੇ ਨਾਲ ਦੌੜਨਾ ਭੱਜਣਾ ਸੌਖਾ ਹੋ ਜਾਵੇ, ਉਹ ਇੱਦਾਂ ਦੇ ਕੱਪੜੇ ਹੁੰਦੇ ਨੇ।
ਹੁਣ ਕਹਿੰਦੇ ਵੀ ਮਹਾਰਾਜ ਨੇ ਇੱਕ ਦਿਨ ਕੀ ਕੀਤਾ ਵੀ ਇਦਾਂ ਦਾ ਰੂਪ ਧਾਰਨ ਕਰ ਲਿਆ। ਉਹ ਵੀ ਸਮਝਾਉਣ ਦੀ ਖਾਤਰ ਗੱਲਾਂ ਹੁੰਦੀਆਂ ਨੇ। ਤੇ ਸਾਰੇ ਜਦੋਂ ਮਹਾਰਾਜ ਤੁਰੇ ਤੇ ਮਹਾਰਾਜ ਦੇ ਨਾਲ ਜਿਹੜੇ ਸਿੱਖ ਸੀ ਕਹਿੰਦੇ ਵੀ ਪਿੱਛੇ ਤੁਰ ਪਏ। ਤੇ ਸਾਰੇ ਹੈਰਾਨ ਵੀ ਮਹਾਰਾਜ ਨੂੰ ਕੀ ਹੋ ਗਿਆ, ਕਿਉਂਕਿ ਇਹ ਤੇ ਪਤਾ ਸੀ ਵੀ ਮਹਾਰਾਜ ਨਵੀਆਂ ਨਵੀਆਂ ਖੇਡਾਂ ਵਰਤਾਉਂਦੇ ਨੇ, ਪਰ ਆ ਤੇ ਬਿਲਕੁਲ ਹੀ ਨਵਾਂ ਸੀ ਵੀ ਉਸ ਰੂਪ ਤੋਂ ਬਿਲਕੁਲ ਹੀ ਉਲਟ ਪਾਸੇ ਚਲੇ ਗਏ ਮਹਾਰਾਜ। ਸਾਰੇ ਸਿੱਖ ਮਹਾਰਾਜ ਦੇ ਨਾਲ ਤੁਰੇ ਜਾ ਰਹੇ ਨੇ ਤੇ ਇੱਕ ਥਾਂ ਤੇ ਮਹਾਰਾਜ ਕਹਿੰਦੇ ਕਈਆਂ ਸਿੱਖਾਂ ਨੂੰ ਵੀ ਤੁਸੀਂ ਵਾਪਸ ਮੁੜ ਜਾਓ। ਤੇ ਜਿਹੜੇ ਬਹੁਤੇ ਕਿਸੇ ਵੇਲੇ ਢਿੱਲੇ ਹੁੰਦੇ ਨੇ ਉਹਨਾਂ ਤੋਂ ਪਹਿਲਾਂ ਹੀ ਇਸ ਗੱਲ ਦੀ ਤਿਆਰ ਬੈਠੇ ਹੁੰਦੇ ਨੇ, ਇਸ ਲਈ ਤੁਹਾਨੂੰ ਪਹਿਲਾਂ ਕਿਹਾ ਸੀ ਵੀ ਇਹਦੇ ਪਿੱਛੇ ਨਾ ਲੱਗੋ, ਇਹਨੂੰ ਪਤਾ ਨਹੀਂ ਕੀ ਹੋ ਗਿਆ। ਉਹ ਮੁੜ ਆਉਂਦੇ ਨੇ। ਥੋੜ੍ਹਾ ਜਿਹਾ ਜਿਹੜੇ ਜਿਨ੍ਹਾਂ ਨੂੰ ਇੰਝ ਲੱਗਦਾ ਵੀ ਨਹੀਂ ਸਾਡਾ ਯਕੀਨ ਬਾਕੀਆਂ ਨਾਲੋਂ ਤੇ ਘੱਟ ਨਹੀਂ ਹੈ, ਸਾਡਾ ਤੇ ਜੋ ਬਾਬਾ ਕਰਦਾ ਠੀਕ ਹੀ ਕਰਦਾ ਪਿਆ ਹੈ, ਉਹ ਹੋਰ ਥੋੜ੍ਹਾ ਜਿਹਾ ਅੱਗੇ ਤੱਕ ਨਾਲ ਜਾਂਦੇ ਨੇ। ਵੀ ਕਰਦਿਆਂ ਕਰਦਿਆਂ ਗੱਲ ਜਿਹੜੀ ਹੈ ਨਾ ਇੱਥੋਂ ਤੱਕ ਆ ਜਾਂਦੀ ਹੈ ਕਿ ਉਹ ਬਾਬਾ ਬੁੱਢਾ ਸਾਹਿਬ ਨੂੰ ਵੀ ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਵੀ ਤੁਸੀਂ ਵਾਪਸ ਮੁੜ ਜਾਓ, ਤੁਸੀਂ ਜਾਓ। ਬਾਬਾ ਬੁੱਢਾ ਸਾਹਿਬ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਗੱਲ ਮੰਨ ਕੇ ਤੇ ਵਾਪਸ ਆ ਜਾਂਦੇ ਨੇ। ਹੁਣ ਉੱਥੇ ਦੋ ਜਣੇ ਰਹਿ ਜਾਂਦੇ ਨੇ, ਇੱਕ ਰਹਿ ਜਾਂਦਾ ਹੈ ਭਾਈ ਲਹਿਣਾ ਤੇ ਇੱਕ ਰਹਿ ਜਾਂਦੇ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ। ਔਰ ਜਨਮ ਸਾਖੀਆਂ ਨੇ ਇਸ ਗੱਲ ਨੂੰ ਇੱਦਾਂ ਲਿਖਿਆ, ਮੈਂ ਤੇ ਇਹਨੂੰ ਇੱਦਾਂ ਸਮਝਦਾ ਹੁੰਦਾ ਵੀ ਉੱਥੇ ਦੋ ਜਾਣੇ ਰਹਿ ਜਾਣ ਦਾ ਮਤਲਬ ਸਿਰਫ ਸਰੀਰ ਕਰਕੇ ਦੋ ਜਾਣੇ ਨਹੀਂ ਰਹਿ ਗਏ। ਸਿੱਖੀ ਦਾ ਤੇ ਗੁਰੂ ਦਾ ਇੱਕ ਲੈਵਲ ਹੈ ਜਿੱਥੇ ਸਿਰਫ ਬਾਬਾ ਲਹਿਣਾ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਹੀ ਰਹਿ ਜਾਂਦੇ ਨੇ, ਬਾਕੀ ਸਾਰੇ ਪਿੱਛੇ ਹੋ ਜਾਂਦੇ ਨੇ। ਉਹ ਸਿੱਖ ਦਾ ਤੇ ਗੁਰੂ ਦਾ ਰਿਸ਼ਤਾ ਹੈ ਜਿੱਥੇ ਉਹੀ ਦੋਵੇਂ ਰਹਿ ਜਾਂਦੇ ਨੇ, ਬਾਕੀ ਸਾਰਾ ਕੁਝ ਪਿੱਛੇ ਹੋ ਜਾਂਦਾ ਹੈ। ਤੇ ਅਸੀਂ ਭਾਈ ਲਹਿਣੇ ਦੇ ਲੈਵਲ ਨੂੰ ਪਿੱਛੇ ਵੀ ਪੜ੍ਹ ਕੇ ਆਏ ਹਾਂ। ਭਾਈ ਲਹਿਣੇ ਦਾ ਇੱਕ ਲੈਵਲ ਹੈ, ਅਸਲ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੇ ਹਰ ਇੱਕ ਸਿੱਖ ਦੇ ਅੰਦਰ ਉਹ ਲੈਵਲ ਵੇਖਣਾ ਚਾਹੁੰਦੇ ਨੇ। ਭਾਈ ਲਹਿਣਾ ਹੋਵਾਂਗੇ ਤੇ ਗੁਰੂ ਅੰਗਦ ਬਣਾਂਗੇ, ਨਹੀਂ ਤੇ ਨਹੀਂ ਬਣਿਆ ਜਾਂਦਾ, ਗੱਲਾਂ ਬਾਤਾਂ ਜੋ ਮਰਜ਼ੀ ਕਰ ਲਈਏ। ਚਲੋ ਆਪਾਂ ਉਸ ਵਾਰਤਾ ਦੇ ਵੱਲ ਜਾਈਏ। ਦੋ ਜਾਣੇ ਰਹਿ ਜਾਂਦੇ ਨੇ ਤੇ ਜਦੋਂ ਉਹ ਮਹਾਰਾਜ ਜੀ ਦੇ ਨਾਲ ਗੱਲਬਾਤ ਹੁੰਦੀ ਹੈ ਤੇ ਸਤਿਗੁਰੂ ਕਹਿੰਦੇ ਨੇ ਵੀ ਭਾਈ ਤੂੰ ਕਿਉਂ ਨਹੀਂ ਗਿਆ ਭਾਈ ਲਹਿਣੇ ਨੂੰ। ਤੇ ਬਾਬਾ ਲਹਿਣਾ ਕਹਿੰਦਾ ਵੀ ਮਹਾਰਾਜ ਜਿਨ੍ਹਾਂ ਨੂੰ ਜਿਹੜੀ ਚੀਜ਼ ਦਾ ਆਸਰਾ ਸੀ ਉਹ ਤੇ ਉੱਧਰ ਮੁੜ ਗਏ ਨੇ, ਵੀ ਜਿਨ੍ਹਾਂ ਨੂੰ ਘਰਾਂ ਦਾ ਆਸਰਾ ਸੀ ਉਹ ਘਰ ਵੱਲ ਨੂੰ ਚਲੇ ਗਏ, ਜਿਨ੍ਹਾਂ ਨੂੰ ਰਿਸ਼ਤੇਦਾਰਾਂ ਦਾ ਆਸਰਾ ਉਹ ਤੇ ਰਿਸ਼ਤੇਦਾਰਾਂ ਦੇ ਕੋਲ ਜਾ ਕੇ ਬੈਠ ਗਏ। ਤੇ ਮੈਨੂੰ ਤੇ ਤੇਰਾ ਹੀ ਆਸਰਾ ਸੀ, ਮੈਂ ਤੇ ਤੇਰੇ ਕੋਲ ਹੀ ਆ ਕੇ ਬੈਠਣਾ ਸੀ, ਮੈਂ ਹੋਰ ਕਿਹਦੇ ਕੋਲ ਜਾ ਕੇ ਬੈਠਦਾ। ਤੇ ਮਹਾਰਾਜ ਕਹਿੰਦੇ ਵੀ ਚੱਲ ਠੀਕ ਹੈ, ਜੇ ਤੈਨੂੰ ਲੱਗਦਾ ਵੀ ਤੇਰਾ ਮੈਂ ਹੀ ਆਸਰਾ ਹਾਂ। ਤੇ ਉਹ ਸਾਹਮਣੇ ਨਾ ਇੱਕ ਕੱਪੜੇ ਦੇ ਵਿੱਚ ਕਹਿੰਦੇ ਵੀ ਇੱਕ ਨਾ ਚੀਜ਼ ਟੱਕੀ ਪਈ ਸੀ। ਉਹ ਚੀਜ਼ ਕੀ ਸੀ ਬਾਬੇ ਲਹਿਣੇ ਨੂੰ ਵੀ ਨਹੀਂ ਸੀ ਪਤਾ। ਮਹਾਰਾਜ ਬਖਸ਼ ਲਵੇ, ਮੇਰੇ ਲੈਵਲ ਤੋਂ ਨਹੀਂ, ਇਹਨੂੰ ਗੁਰੂ ਸਾਹਿਬ ਦੇ ਲੈਵਲ ਤੋਂ ਜਾਣਿਓ। ਤੇ ਉਹ ਨਹੀਂ ਸੀ ਪਤਾ ਬਾਬੇ ਲਹਿਣੇ ਨੂੰ ਵੀ ਇਹਦੇ ਅੰਦਰ ਕੀ ਪਿਆ ਹੋਇਆ, ਸਿਰਫ ਟੱਕਿਆ ਪਿਆ ਸੀ। ਤੇ ਮਹਾਰਾਜ ਨੇ ਕੀ ਕਿਹਾ, ਕਹਿੰਦੇ ਵੀ ਭਾਈ ਜੇ ਤੈਨੂੰ ਲੱਗਦਾ ਨਾ ਵੀ ਤੂੰ ਜਿਹੜਾ ਹੈ ਤੈਨੂੰ ਮੇਰਾ ਹੀ ਆਸਰਾ ਹੈ, ਤੇ ਉਹ ਸਾਹਮਣੇ ਜਿਹੜਾ ਕੱਪੜੇ ਦੇ ਹੇਠਾਂ ਮੁਰਦਾ ਪਿਆ ਹੈ ਨਾ ਉਹਨੂੰ ਖਾ ਲੈ। ਹੁਣ ਇਹਨੂੰ ਸ਼ਬਦ ਨੂੰ ਸਮਝਿਓ, ਕਿਉਂਕਿ ਅਸਲ ਦੇ ਵਿੱਚ ਸ਼ਬਦ ਲਿਖ ਦਿੱਤੇ ਜਾਂਦੇ ਨੇ, ਉਹਨਾਂ ਸ਼ਬਦਾਂ ਦੀ ਗਹਿਰਾਈ ਕੁਝ ਹੋਰ ਹੁੰਦੀ ਹੈ। ਬਾਬੇ ਲਹਿਣੇ ਨੂੰ ਮਹਾਰਾਜ ਕਹਿੰਦੇ ਵੀ ਭਾਈ ਮੁਰਦਾ ਖਾ ਲੈ। ਤੇ ਬਾਬੇ ਲਹਿਣੇ ਨੇ ਇਹ ਨਹੀਂ ਆਖਿਆ ਵੀ ਮਹਾਰਾਜ ਮੈਂ ਕਿੱਦਾਂ ਖਾ ਸਕਦਾ, ਮਹਾਰਾਜ ਇਹ ਕਿਹੜੇ ਪਾਸੇ ਤੁਸੀਂ ਮੈਨੂੰ ਲਾ ਦੇਣ ਲੱਗੇ ਜੇ। ਬਾਬੇ ਲਹਿਣੇ ਦੀਆਂ ਸਾਖੀਆਂ ਇਸ ਪਾਸੇ ਤੋਂ ਸਮਝਣੀਆਂ ਜ਼ਰੂਰੀ ਨੇ, ਇਹ ਨਹੀਂ ਵੀ ਕੀ ਹੋਇਆ ਤੇ ਕੀ ਨਹੀਂ ਹੋਇਆ। ਭਾਈ ਲਹਿਣੇ ਦੀਆਂ ਸਾਖੀਆਂ ਇਸ ਪਾਸੇ ਤੇ ਆ ਵੀ ਗੁਰੂ ਦੇ ਉੱਤੇ 100% ਯਕੀਨ ਕਰ ਲਿਆ ਵੀ ਜੋ ਮਹਾਰਾਜ ਕਹਿੰਦੇ ਨੇ ਮੇਰੇ ਲਈ ਗਲਤ ਹੋ ਹੀ ਨਹੀਂ ਸਕਦਾ। ਜੋ ਮੈਨੂੰ ਗੁਰੂ ਨਾਨਕ ਨੇ ਕਹਿ ਦਿੱਤਾ ਹੈ ਨਾ, ਤੇ ਬਸ ਸੱਤ ਬਚਨ ਹੈ, ਮੈਂ ਇਹਨੂੰ ਮੰਨਣ ਦੇ ਲਈ ਤਿਆਰ ਹਾਂ। ਤੇ ਬਾਬੇ ਲਹਿਣੇ ਨੂੰ ਜਦੋਂ ਮਹਾਰਾਜ ਕਹਿੰਦੇ ਵੀ ਭਾਈ ਖਾ ਲੈ, ਤੇ ਸਤਿਗੁਰੂ ਜੀ ਦੀ ਆਖੇ ਲੱਗ ਕੇ ਤੇ ਭਾਈ ਲਹਿਣਾ ਕਹਿੰਦੇ ਵੀ ਮਹਾਰਾਜ ਕਿਹੜੇ ਪਾਸੇ ਤੋਂ ਸ਼ੁਰੂ ਕਰਾਂ, ਸਿਰ ਵਾਲੇ ਪਾਸੇ ਤੋਂ ਸ਼ੁਰੂ ਕਰਾਂ ਕਿ ਪੈਰਾਂ ਵਾਲੇ ਪਾਸੇ ਤੋਂ ਸ਼ੁਰੂ ਕਰਾਂ। ਤੇ ਉਹ ਕਹਿੰਦੇ ਵੀ ਜਦੋਂ ਕੱਪੜਾ ਹਟਾਇਆ ਨਾ ਤੇ ਉੱਥੇ ਕੜਾ ਪ੍ਰਸ਼ਾਦੀ ਦੇਗ ਸੀ। ਇਹਦਾ ਮਤਲਬ ਹੈ ਵੀ ਮਹਾਰਾਜ ਨੇ ਖੇਡ ਵਰਤਾਉਣੀ ਸੀ। ਗੱਲ ਇਹ ਨਹੀਂ ਹੈ ਵੀ ਉੱਥੇ ਕੀ ਪਿਆ ਸੀ ਤੇ ਮਹਾਰਾਜ ਨੇ ਬਦਲ ਦਿੱਤਾ। ਗੱਲ ਇਹ ਸੀ ਵੀ ਜਿੱਥੇ ਆਮ ਬੰਦਾ ਮੁਰਦਾ ਖਾਣ ਦਾ ਮਤਲਬ ਕੀ ਹੁੰਦਾ ਹੈ ਵੀ ਭਾਈ ਆਪਣੀਆਂ ਖਾਹਿਸ਼ਾਂ ਦੱਬ ਲੈ, ਕਿਤੇ ਗੁਰੂ ਤੈਨੂੰ ਕਹੇ ਵੀ ਮੇਰੇ ਇਸ ਗੱਲ ਦੇ ਆਖੇ ਲੱਗ ਤੇ ਤੂੰ ਕਵੇਂ ਵੀ ਮਹਾਰਾਜ ਇਹ ਕਿਹੜੇ ਕੰਮ ਦੇ ਵਿੱਚ ਮੈਨੂੰ ਲਾਈ ਜਾਂਦੇ ਜੇ, ਉਦੋਂ ਸਿੱਖ ਨਹੀਂ ਬਣਿਆ ਜਾਂਦਾ। ਫਿਰ ਇੱਦਾਂ ਨਹੀਂ ਸਿੱਖ ਬਣਿਆ ਜਾਂਦਾ ਵੀ ਅੱਧੀਆਂ ਗੱਲਾਂ ਮੰਨ ਲਈਆਂ ਤੇ ਅੱਧੀਆਂ ਨਹੀਂ ਮੰਨੀਆਂ ਤੇ ਮੈਂ ਕਹਾਂ ਜੀ ਮੈਂ ਸਿੱਖ ਹੋ ਗਿਆ। ਸਿੱਖ ਹੋਣਾ ਥੋੜ੍ਹਾ ਜਿਹਾ ਔਖਾ ਵਿਸ਼ਾ ਹੈ, ਇਹਨੂੰ ਸਮਝੀਏ। ਮੈਂ ਇੱਕ ਗਾਥਾ ਆਪ ਜੀ ਦੇ ਅੱਗੇ ਹੋਰ ਛੋਟੀ ਜਿਹੀ ਇਸ ਪਾਸੇ ਤੋਂ ਰੱਖ ਦੇਵਾਂ। ਜਿੰਨਾ ਚਿਰ ਸਿੱਖੀ ਕਮਾਉਂਦੇ ਪਏ ਹਾਂ, ਮੈਂ ਇੱਕ ਗੱਲ ਵਾਰ-ਵਾਰ ਕਹਿ ਰਿਹਾ ਹਾਂ, ਅਸੀਂ 100% ਨਹੀਂ ਕਮਾ ਪਾਏ, ਪਰ ਜਿੰਨੇ ਕਮਾਉਣ ਦੇ ਲਈ ਕਮਿਟਡ ਹੋ ਗਏ ਹਾਂ ਵੀ ਮਹਾਰਾਜ ਮੈਂ ਕਮਾਉਣੀ ਚਾਹੁੰਦਾ ਹਾਂ ਤੇ ਮੈਨੂੰ ਤੇਰੇ ਬਚਨਾਂ ਦੇ ਉੱਤੇ ਭਰੋਸਾ ਆਵੇ, ਇਹ ਸਭ ਤੋਂ ਪਹਿਲੀ ਗੱਲ ਹੈ। ਜੇ ਮੈਨੂੰ ਉਹਦੀਆਂ ਅੱਧੀਆਂ ਗੱਲਾਂ ਪਸੰਦ ਨੇ ਤੇ ਅੱਧੀਆਂ ਪਸੰਦ ਹੀ ਨਹੀਂ ਆਉਂਦੀਆਂ, ਮੈਂ ਉਹਦੇ ਬਚਨਾਂ 'ਤੇ ਕੀ ਭਰੋਸਾ ਕਰ ਲਵਾਂਗਾ। ਤੇ ਜੇ ਮੈਨੂੰ ਉਹਦੀਆਂ ਅੱਧੀਆਂ ਗੱਲਾਂ ਪਸੰਦ ਹੀ ਨਹੀਂ ਆਉਂਦੀਆਂ ਤੇ ਮੈਂ ਉਹਦੀ ਸਿੱਖੀ ਨੂੰ ਪੂਰਾ ਕਿੱਦਾਂ ਕਮਾ ਲਵਾਂਗਾ। ਪਹਿਲਾਂ ਉਹ ਪਸੰਦ ਵੀ ਤੇ ਆਵੇ।
ਇੱਕ ਸ਼ਬਦ ਆਸਾ ਦੀ ਵਾਰ ਦੇ ਵਿੱਚ ਅਸੀਂ ਪੜ੍ਹਦੇ ਹੁੰਦੇ ਹਾਂ, ਹਜ਼ੂਰ ਨੇ ਗੱਲ ਕਲੀਅਰ ਕੀਤੀ ਹੈ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ। ਤੇ ਵੈਸੇ ਮਹਾਰਾਜ ਜੀ ਦੇ ਕੋਲੋਂ ਸਵਾਲ ਪੁੱਛਿਆ ਸੀ ਤੇ ਮਹਾਰਾਜ ਨੇ ਜਵਾਬ ਦਿੱਤਾ ਸੀ ਵੀ ਸਿੱਖ ਗੁਰੂ ਅੰਗਦ ਸਾਹਿਬ ਵਰਗਾ ਕੋਈ ਹੋਇਆ ਹੀ ਨਹੀਂ। ਜੇ ਕਿਸੇ ਨੇ ਸਿੱਖੀ ਸਿੱਖਣੀ ਹੈ ਨਾ ਤੇ ਸਿਰਫ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਕੋਲੋਂ ਸਿੱਖੀ ਜਾ ਸਕਦੀ ਹੈ। ਠੀਕ ਹੈ, ਬਾਕੀ ਗੁਰੂ ਸਾਹਿਬਾਨ ਘੱਟ ਨਹੀਂ ਨੇ, ਅਸੀਂ ਇਹ ਨਹੀਂ ਕਹਿ ਸਕਦੇ, ਪਰ ਜਿਹੜਾ ਲੈਵਲ ਬਾਬੇ ਲਹਿਣੇ ਦਾ ਹੈ ਨਾ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਵੀ ਸਿੱਖੀ ਕਮਾਈ ਕਿੱਦਾਂ ਜਾਂਦੀ ਹੈ, ਉਹ ਭਾਈ ਲਹਿਣਾ ਹੀ ਹੈ, ਉਹ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਹੈ। ਤੇ ਬੇਨਤੀ ਕਰਦੇ ਵਾਂ, ਗੁਰੂ ਅੰਗਦ ਸਾਹਿਬ ਮਹਾਰਾਜ ਨੇ ਸਿੱਖੀ ਕਮਾਈ ਤੇ ਸ਼ਬਦ ਬੋਲਿਆ, ਚਾਕਰ ਲੱਗਿਆ ਚਾਕਰੀ ਨਾਲੇ ਗਰਭਵਾਦ। ਇੱਥੇ ਬੜੇ ਇੱਦਾਂ ਦੇ ਬੰਦੇ ਵੀ ਆਉਂਦੇ ਨੇ, ਮਹਾਰਾਜ ਬਖਸ਼ ਲਵੇ। ਮੈਂ ਤਾਂ ਇੱਦਾਂ ਕਹਿੰਦਾ ਹੁੰਦਾ ਹਾਂ, ਥੋੜ੍ਹੇ ਦਿਨ ਪਹਿਲਾਂ ਵੀ ਮੈਂ ਇਸ ਗੱਲ ਨੂੰ ਬੋਲਿਆ ਸੀ ਵੀ ਜਦੋਂ ਸਤਿਗੁਰੂ ਹਾਜ਼ਰ ਨਾਜ਼ਰ ਹੋਵੇ ਨਾ ਤੇ ਉੱਚੀ ਵੀ ਨਹੀਂ ਬੋਲਣਾ ਚਾਹੀਦਾ, ਇੰਨੀ ਉੱਚੀ ਵੀ ਨਹੀਂ ਬੋਲਣਾ ਚਾਹੀਦਾ ਵੀ ਸਾਡਾ ਬੋਲ ਇੱਕ ਤੇ ਫਿੱਕਾ ਹੋਵੇ, ਇੱਕ ਨਿਕੰਮਾ ਬੋਲ ਹੋਵੇ ਤੇ ਇੱਕ ਏਡੀ ਉੱਚੀ ਬੋਲੀਏ ਵੀ ਅਸੀਂ ਬਾਕੀ ਸੰਗਤ ਨੂੰ ਵੀ ਜਿਹੜਾ ਹੈ ਡਿਸਟਰੈਕਟ ਕਰ ਦਈਏ। ਇੱਦਾਂ ਨਾ ਹੋਵੇ। ਸਾਡੇ ਅੰਦਰ ਨਾ ਇੱਕ ਸਤਿਕਾਰ ਜਿਹੜਾ ਨਾ ਉਹ ਇੱਦਾਂ ਦਾ ਹੋਣਾ ਚਾਹੀਦਾ ਮਹਾਰਾਜ ਦੀ ਹਜ਼ੂਰੀ ਦਾ। ਭਾਈ ਕਾਹਨ ਸਿੰਘ ਨਾਭਾ ਕਹਿੰਦੇ ਵੀ ਜਿਹੜੇ ਗੁਰੂ ਦੀ ਹਜ਼ੂਰੀ ਦੇ ਵਿੱਚ ਹੀ ਇੱਕ ਦੂਜੇ ਨੂੰ ਗਾਲੀ ਗਲੋਚ ਕਰਨ ਲੱਗ ਪੈਂਦੇ ਨੇ। ਤੁਹਾਨੂੰ ਵੀ ਤਾਂ ਪਤਾ ਹੀ ਹੈ, ਲੁਕੀ ਥੋੜ੍ਹਾ ਕਿਸੇ ਤੋਂ ਗੱਲ, ਗੁਰੂ ਦੀ ਹਜ਼ੂਰੀ 'ਚ ਹੀ ਨਹੀਂ, ਲੋਕਾਂ ਨੂੰ ਸਮਝ ਹੀ ਨਹੀਂ ਆਉਂਦੀ ਵੀ ਆਪਾਂ ਬੈਠੇ ਕਿੱਥੇ ਹਾਂ। ਇੱਥੇ ਗਾਲੀ ਗਲੋਚ ਕਰਨ ਲੱਗ ਪੈਂਦੇ ਨੇ, ਇੱਥੇ ਹੀ ਇੱਕ ਦੂਜੇ ਦੀਆਂ ਪੱਗਾਂ ਉਛਾਲਣ ਲੱਗ ਪੈਂਦੇ ਨੇ। ਉਹਨਾਂ ਨੇ ਗੁਰੂ ਦੀ ਕੀ ਕਦਰ ਪਾਈ ਹੈ? ਉਹਨਾਂ ਨੂੰ ਕੀ ਲੱਗੇ ਵੀ ਮਹਾਰਾਜ ਬੋਲਦਾ ਪਿਆ ਹੈ ਜਾਂ ਮਹਾਰਾਜ ਨਹੀਂ ਬੋਲਦਾ ਪਿਆ। ਉਹ ਇੱਦਾਂ ਦੇ ਬੰਦੇ ਹੁੰਦੇ ਨੇ ਜਿਹਨੂੰ ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਕਹਿੰਦੇ ਚਾਕਰ ਲੱਗੈ ਚਾਕਰੀ ਨਾਲੇ ਗਰਭਵਾਦ। ਵੀ ਭਾਈ ਇੱਕ ਤੇ ਚਾਕਰ ਵੀ ਹੋਵੇ, ਨੌਕਰ ਵੀ ਹੋਵੇ ਤੇ ਨੌਕਰੀ ਕਰਦਾ ਵੀ ਹੋਵੇ ਤੇ ਫਿਰ ਕੀ ਕਰੇ, ਨਾਲੇ ਗਰਭਵਾਦ, ਨਾਲੇ ਵਾਦ ਵੀ ਕਰੀ ਜਾਵੇ, ਝਗੜੇ ਵੀ ਕਰੀ ਜਾਵੇ, ਹੰਕਾਰ ਦੀਆਂ ਗੱਲਾਂ ਵੀ ਬੋਲੇ। ਕਿੰਨੇ ਬੰਦੇ ਨੇ ਜਿਹੜੇ ਇਸੇ ਗੱਲ ਤੋਂ ਨਾਰਾਜ਼ ਹੋ ਜਾਂਦੇ ਨੇ। ਇਹ ਤੇ ਅੰਦਰ ਦੀਆਂ ਗੱਲਾਂ ਨੇ, ਤੁਹਾਨੂੰ ਵੀ ਪਤਾ ਹੀ ਹੋਣਗੀਆਂ। ਬਹੁਤੇ ਬੰਦੇ ਇਸ ਗੱਲ ਤੋਂ ਨਾਰਾਜ਼ ਹੋ ਜਾਂਦੇ, ਸਾਡਾ ਜੀ ਨਾਂ ਨਹੀਂ ਬੋਲਿਆ ਗਿਆ। ਬੜੇ ਬੰਦੇ ਅਰਦਾਸ ਦੇ ਵਿੱਚ ਇਸ ਗੱਲ ਤੋਂ ਨਾਰਾਜ਼ ਹੋ ਗਏ। ਸਪੈਸ਼ਲ ਜੀ ਇਹ ਤੁਸੀਂ ਅਰਦਾਸ ਕਰਨੀ ਹੈ ਤੇ ਆਹ ਨਾਂ ਇੱਦਾਂ ਹੀ ਬੋਲਣਾ ਹੈ। ਜੇ ਡਾਕਟਰ ਹੈ ਤੇ ਡਾਕਟਰ ਬੋਲਣਾ ਹੀ ਬੋਲਣਾ ਹੈ, ਜੇ ਫਲਾਣਾ ਪ੍ਰੋਫੈਸਰ ਹੈ ਤੇ ਪ੍ਰੋਫੈਸਰ ਬੋਲਣਾ ਹੀ ਬੋਲਣਾ ਹੈ। ਇਹ ਕਿੱਡੀ ਦਿੱਕਤ ਵਾਲੀ ਗੱਲ ਹੈ। ਹਰ ਕੋਈ ਆਪਣੇ ਆਪ ਨੂੰ ਨਾ ਜਣਾਉਣਾ ਚਾਹੁੰਦਾ ਹੈ। ਠੀਕ ਹੈ, ਅਸੀਂ 4-5 ਜਾਣੇ ਇਸ ਗੱਲ ਨੂੰ ਸੋਚਦੇ ਹਾਂ ਵੀ ਇਹ ਕਿਹੜੀ ਗੱਲ ਹੈ, ਕਿਉਂਕਿ ਅਸੀਂ ਬੜੀ ਵਾਰ ਇਹਨਾਂ ਗੱਲਾਂ ਨੂੰ ਵਿਚਾਰਿਆ। ਤੁਸੀਂ ਲੋਕਾਂ ਦੇ ਹਾਲਤ, ਮੈਂ ਬੇਨਤੀ ਕਰਦਾ ਹੁੰਦਾ, ਅਸੀਂ ਥੋੜ੍ਹਾ ਜਿਹਾ ਆਪਣੇ ਆਪ ਨੂੰ ਸੌਖਾ ਕਰ ਲਿਆ ਹੈ ਵੀ ਹੁਣ ਅਸੀਂ ਥੋੜ੍ਹਾ ਜਿਹਾ ਮੁੜਨੇ ਸ਼ੁਰੂ ਹੋ ਗਏ ਹਾਂ। ਨਹੀਂ ਤੁਸੀਂ ਅੱਜ ਤੋਂ 20-25 ਸਾਲ ਪਹਿਲਾਂ ਵੇਖ ਲਓ ਕੀ ਹਾਲਤ ਹੁੰਦੀ ਸੀ। ਹਰ ਇੱਕ ਪੱਖੇ ਦੇ ਉੱਤੇ ਜਿੰਨੇ ਸੇਵਾ ਕੀਤੀ ਉਹਦਾ ਨਾਂ, ਉਹਦਾ ਕੀ, ਉਹਦੇ ਬੱਚਿਆਂ ਦਾ ਵੀ ਤੇ ਉਹਦੇ ਦਾਦੇ ਬਾਬੇ ਦਾ ਵੀ ਨਾਮ ਲਿਖਿਆ ਹੋਣਾ। ਉਹਦੇ ਪਰ ਮੁੱਕ ਜਾਂਦੇ ਨੇ ਤੇ ਨਾਂ ਦੀ ਜਿਹੜੀ ਬੰਸਾਵਲੀ ਸਾਰੀ ਉੱਥੇ ਘੁੰਮਦੀ ਰਹੇ। ਇੱਦਾਂ ਦੇ ਹਾਲਾਤ, ਲੋਕੀ ਚੀਜ਼ ਮਗਰੋਂ ਦਾਨ ਕਰਦੇ ਨੇ। ਹੁਣ ਵੇਖੋ ਨਾ, ਬਰਤਨ ਦਾਨ ਕੀਤੇ ਜੀ, 500 ਪਲੇਟਾਂ ਦਿੱਤੀਆਂ ਗੁਰਦੁਆਰੇ ਨੂੰ, 500 ਦੀਆਂ 500 ਪਲੇਟਾਂ ਤੇ ਸੇਵਾ ਕਰਾਈ ਫਲਾਣਾ ਸਿੰਘ ਨੇ। ਕੀ ਕਰ ਦਿੱਤਾ ਹੈ ਵੱਡਾ ਸੀ? ਪ੍ਰਣਾਮ ਤੇ ਹੋਵੇ ਨਾ ਵੀ ਜਦੋਂ ਲੋਕੀ ਥਾਲੀ ਦੇ ਵਿੱਚੋਂ ਪ੍ਰਸ਼ਾਦਾ ਚੁੱਕਣ ਤੇ ਥੱਲੇ ਨਾਂ ਤੇ ਪੜ੍ਹਿਆ ਜਾਵੇ ਵੀ ਫਲਾਣੇ ਬੰਦੇ ਨੇ ਸੇਵਾ ਕਰ ਦਿੱਤੀ। ਇਹ ਖੇਡਾਂ ਨੇ, ਇਹ ਬਿਲਕੁਲ ਨਿਕੰਮੀਆਂ ਗੱਲਾਂ ਨੇ। ਮਾਫ਼ ਕਰਿਓ, ਮੈਂ ਇਸ ਗੱਲ ਨੂੰ ਇੱਦਾਂ ਸਮਝਦਾ ਹੁੰਦਾ। ਕਿਉਂ ਅਸੀਂ ਹਰ ਗੱਲ ਦੇ ਉੱਤੇ, ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਨਾ ਸ਼ਹੀਦੀ ਦਿਹਾੜਾ ਸੀ, ਇੱਥੋਂ ਦੀ ਗੱਲ। ਹੁਣ ਮਹਾਰਾਜ ਜੀ ਦੇ ਨਾਲ 3 ਸਿੱਖ ਸ਼ਹੀਦ ਕੀਤੇ ਗਏ, ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ। ਤੇ ਚੌਥੇ ਮਹਾਰਾਜ ਆਪ ਸ਼ਹੀਦ ਕਰ ਦਿੱਤੇ ਗਏ, ਤੁਹਾਨੂੰ ਸਾਰਿਆਂ ਨੂੰ ਪਤਾ। ਹੁਣ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ, ਤੇ ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਉਹਨਾਂ ਦੇ ਨਾਮ 4, 3 ਸਤਿਗੁਰੂ, 3 ਜਿਹੜੇ ਨੇ ਉਹ ਸਿੱਖ ਤੇ ਚੌਥੇ ਸਤਿਗੁਰੂ। ਜਿਨ੍ਹਾਂ ਨੂੰ ਸ਼ਹੀਦ ਕੀਤਾ ਗਿਆ, ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਮਨਾਉਣਾ ਹੈ, ਉਹ 4 ਜਾਣੇ ਨੇ। ਤੇ ਜਿਹੜੇ ਅਰਦਾਸ ਕਰਨ ਵਾਲਿਆਂ ਦੀ ਲਿਸਟ ਹੈ ਉਹ 8 ਜਾਣਿਆਂ ਦੀ ਹੈ। 8 ਜਾਣਿਆਂ ਨੇ ਦੇ ਕਰਾਤੀ। ਹੈਰਾਨੀ ਦੀ ਗੱਲ ਹੈ, ਅਸੀਂ ਕਿਹਨਾਂ ਦੇ ਦਿਨ ਮਨਾਉਂਦੇ ਹਾਂ ਤੇ ਉਹਦੇ ਵਿੱਚ ਵੀ ਅਸੀਂ ਆਪਣੇ ਨਾਮ ਅੱਗੇ ਲੈ ਕੇ ਤੁਰੇ ਫਿਰਦੇ ਹਾਂ ਵੀ ਮੇਰਾ ਨਾਮ ਬੋਲਿਆ ਜਾਵੇ। ਨਹੀਂ ਬੋਲਿਆ ਗਿਆ ਤਾਂ ਨਾਰਾਜ਼ਗੀ ਹੋ ਗਈ। ਮਰਜ ਕਹਿੰਦੇ ਲੜਾਈ ਕਿਹਦੇ ਨਾਲ ਕਰਦੇ ਪਏ? ਨਾਲੇ ਗਰਭਵਾਦ, ਨਾਲੇ ਸੇਵਕ ਹੋਵੇ ਤੇ ਨਾਲੇ ਲੜਦਾ ਵੀ ਫਿਰੇ। ਉਹ ਸੇਵਕ ਕਾਹਦਾ ਹੋ ਗਿਆ ਜਿਹੜਾ ਲੜਦਾ ਫਿਰਦਾ ਹੈ? ਗੱਲਾਂ ਕਰੇ ਘਨੇਰੀਆਂ, ਖਸਮ ਨਾ ਪਾਏ ਸਾਧ। ਜਿੰਨੀਆਂ ਮਰਜ਼ੀ ਗੱਲਾਂ ਬਾਤਾਂ ਕਰੀ ਜਾਵੇ ਨਾ ਵੀ ਗੱਲੀ ਬਾਤੀ ਮੈਂ ਬੜਾ ਸੇਵਕ ਹਾਂ, ਕਿਉਂਕਿ ਅੱਜ ਕੱਲ੍ਹ ਸਿੱਖੀ ਬਹੁਤੀ ਫੇਸਬੁੱਕ 'ਤੇ ਹੀ ਹੈ। ਅੱਜ ਕੱਲ੍ਹ ਸਿੱਖੀ ਬਹੁਤੀ ਜਿਹੜੀ ਆ ਨਾ ਉਹ ਲੈਕਚਰਾਂ ਦੇ ਵਿੱਚ ਹੀ ਹੈ। ਸਤਿਗੁਰੂ ਕਹਿੰਦੇ ਕਰੀ ਜਾਵੇ ਇਹੋ ਜਿਹੀਆਂ ਗੱਲਾਂ, ਗੱਲਾਂ ਕਰੇ ਘਨੇਰੀਆਂ, ਖਸਮ ਨਾ ਪਾਏ ਸਾਧ। ਆਪ ਗਵਾਏ ਸੇਵਾ ਕਰੇ। ਭਾਈ ਜੇ ਕਿਤੇ ਆਪੇ ਨੂੰ ਦੂਰ ਕਰਕੇ ਸੇਵਾ ਕਰੇ ਨਾ ਤਾਂ ਕਿਛ ਪਾਏ ਮਾਨ, ਤਾਂ ਕਿਤੇ ਥੋੜ੍ਹਾ ਜਿਹਾ ਮਾਣ ਮਿਲ ਸਕਦਾ ਹੈ। ਨਾਨਕ ਜਿਸ ਨੂੰ ਲੱਗਾ ਤਿਸ ਮਿਲੈ, ਲੱਗਾ ਸੋ ਪ੍ਰਵਾਨ। ਫਿਰ ਤੇ ਉਸ ਪਾਸੇ ਨੂੰ ਲੱਗਾ ਮਾਲਕ ਨੂੰ ਮਿਲ ਸਕਦਾ ਹੈ।
ਨਹੀਂ ਤੇ ਗਣਾਈ ਜਾਵੇ ਵੀ ਮੇਰਾ ਨਾਮ ਮੰਨੋ ਕਿੰਨੇ ਫਲੈਕਸ ਬੋਰਡ ਛਪ ਜਾਂਦੇ ਨੇ, ਕਿੰਨੇ ਨਾਮ ਛਪ ਜਾਂਦੇ ਨੇ, ਕੀ ਫਰਕ ਪੈਂਦਾ ਇਹਨਾਂ ਗੱਲਾਂ ਦੇ ਨਾਲ? ਕਿ ਮੇਰਾ ਹਰ ਬੋਰਡ ਦੇ ਹਰ ਦਰਵਾਜ਼ੇ ਦੇ ਉੱਤੇ ਮੇਰਾ ਨਾਮ ਲਿਖਿਆ ਹੋਵੇ, ਹਰ ਥਾਂ ਦੇ ਉੱਤੇ ਮੇਰਾ ਪੱਥਰ ਲੱਗਾ ਹੋਵੇ, ਕੀ ਫਰਕ ਪੈਂਦਾ ਇਹਨਾਂ ਗੱਲਾਂ ਦੇ ਨਾਲ? ਇਹ ਸਿਰਫ ਹਉਮੈ ਹੈ, ਇਹਦੇ ਤੋਂ ਵੱਧ ਕੁਝ ਨਹੀਂ ਹੈ। ਬਖਸ਼ ਲਵੇ ਸਤਿਗੁਰੂ। ਭਾਈ ਗੁਰਦਾਸ ਸਾਹਿਬ ਕਹਿੰਦੇ, ਭਾਈ ਅਸਲ ਦੇ ਵਿੱਚ ਆਪਣੀਆਂ ਖਾਹਿਸ਼ਾਂ ਨੂੰ ਰੋਕ ਕੇ ਰੱਖਣ ਵਾਲਾ ਹੋਵੇ ਸਿੱਖ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ। ਭਾਈ ਸਿੱਖ ਗੱਲੀ ਬਾਤੀ ਨਹੀਂ ਬਣਿਆ ਜਾਂਦਾ। ਸਿੱਖ ਤੇ ਅਸਲ ਦੇ ਵਿੱਚ ਉਹੀ ਆ ਵੀ ਮਰ ਕੇ ਬਣਨਾ ਹੈ। ਅਸੀਂ ਇੱਕ ਗਾਥਾ ਨੂੰ ਇੱਦਾਂ ਵਿਚਾਰਦੇ ਹੁੰਦੇ ਹਾਂ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੇਸਗੜ੍ਹ ਸਾਹਿਬ ਦੇ ਵਿੱਚ ਜਦੋਂ ਵਿਸਾਖੀ ਦੇ ਉੱਤੇ ਇਕੱਠ ਕੀਤਾ ਸੀ ਤੇ ਉਸ ਵੇਲੇ ਮਹਾਰਾਜ ਨੇ ਕੀ ਕਿਹਾ ਵੀ ਮੈਨੂੰ ਇੱਕ ਸਿਰ ਚਾਹੀਦਾ। ਸਿਰ ਲੈਣ ਦਾ ਮਤਲਬ ਕੀ ਹੈ? ਸਾਡਾ ਦਿਮਾਗ ਕਿੱਥੇ ਹੈ? ਸਾਡੇ ਸਿਰ ਦੇ ਵਿੱਚ ਹੀ ਹੈ ਨਾ। ਜਦੋਂ ਮੈਂ ਇੱਥੇ ਸਿਰ ਰੱਖ ਦਿੰਦਾ ਹੈ ਤੇ ਇਹਦਾ ਮਤਲਬ ਵੀ ਮਹਾਰਾਜ ਮੈਂ ਤੇਰੇ ਅਨੁਸਾਰੀ ਹੋ ਕੇ ਚੱਲਣਾ ਚਾਹੁੰਦਾ ਹਾਂ। ਹੁਣ ਸਿਰ ਰੱਖਣ ਦਾ ਤੇ ਸਿਰ ਲੈਣ ਦਾ ਮਤਲਬ ਇਹੀ ਹੈ ਵੀ ਮੇਰਾ ਸਿਰ ਗੁਰੂ ਦੇ ਅੱਗੇ ਆ ਗਿਆ ਹੈ, ਮੈਂ ਵੇਚ ਦਿੱਤਾ ਹੈ ਇੱਥੇ ਆਪਣਾ ਸਿਰ। ਤੇ ਸਿਰ ਵੇਚ ਕੇ ਫਿਰ ਸਿਰ ਚੁੱਕ ਲਿਆ ਤੇ ਉਹ ਵੇਚਿਆ ਕਾਹਦਾ ਹੋਇਆ? ਉਹ ਰੱਖਿਆ ਕਾਹਦਾ ਹੋਇਆ? ਤੇ ਉਹ ਮਰਨਾ ਕਾਹਦਾ ਹੋਇਆ? ਇਹਨੂੰ ਮੈਂ ਇੱਕ ਵਿਚਾਰਵਾਨ ਦੇ ਕੋਲੋਂ ਚਲੋ ਕਥਾ ਸੁਣੀ ਸੀ ਤੇ ਮੈਂ ਆਪ ਜੀ ਦੇ ਅੱਗੇ ਰੱਖ ਦੇਵਾਂ। ਸਿੱਖੀ ਇੱਦਾਂ ਕਮਾਈ ਜਾਂਦੀ ਹੈ। ਉਹ ਕਹਿੰਦੇ ਨੇ ਕਿ ਹਸਨ ਅਬਦਾਲ ਦੇ ਵਿੱਚ ਪੰਜਾ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਹੈ, ਇੱਥੋਂ ਦਾ ਜਿਹੜਾ ਉਸ ਵੇਲੇ ਦਾ ਇੱਦਾਂ ਕਹਿ ਲਈਏ ਵੀ ਜਿਹੜਾ ਉਹ ਚਸ਼ਮੇ ਦੇ ਕੋਲ ਬੈਠਦਾ ਸੀ, ਜਿਹਨੂੰ ਵਲੀ ਕੰਧਾਰੀ ਕਿਹਾ ਜਾਂਦਾ, ਉਹ ਬੜੇ ਕਮਾਲ ਦਾ ਬੰਦਾ ਸੀ। ਇੱਦਾਂ ਕਹਿ ਲਈਏ ਵੀ ਪਾਣੀ ਦੇ ਚਸ਼ਮੇ ਦੇ ਕੋਲ ਬੈਠ ਕੇ ਬੰਦਗੀ ਕਰਦਾ ਸੀ ਤੇ ਲੋਕਾਂ ਨੇ ਪਾਣੀ ਲੈਣ ਜਾਣਾ ਹੁੰਦਾ ਸੀ। ਤੇ ਲੋਕਾਂ ਨੇ ਪਾਣੀ ਲੈਣ ਜਾਣਾ ਤੇ ਲੋਕਾਂ ਨੇ ਡਰਨਾ ਵੀ ਇਹ ਚਲੋ ਬੰਦਗੀ ਕਰਦਾ ਹੈ, ਚੌਵਾਂ ਪੰਜਾਂ ਜਾਣਿਆਂ ਨੇ ਮੱਥਾ ਟੇਕਣ ਲੱਗ ਪੈਣਾ। ਹੁਣ ਜਦੋਂ ਜ਼ਿਆਦਾ ਜਣੇ ਮੱਥਾ ਟੇਕਦੇ ਤੇ ਇੱਕ ਜਣਾ ਮੱਥਾ ਨਾ ਟੇਕੇ ਤੇ ਉਸ ਬੰਦੇ ਨੂੰ ਉਹ ਬੜਾ ਚੁੱਭਦਾ ਵੀ ਇਹਨੇ ਨਹੀਂ ਮੱਥਾ ਟੇਕਿਆ ਮੈਨੂੰ, ਬਾਕੀ ਤੇ ਸਾਰੇ ਮੱਥਾ ਟੇਕਦੇ ਪਏ ਨੇ, ਆਹ ਬੰਦਾ ਮੈਨੂੰ ਮੱਥਾ ਨਹੀਂ ਟੇਕਦਾ। ਉਹ ਕਹਿੰਦੇ ਵੀ ਮਹਾਰਾਜ ਤੇ ਭਾਈ ਮਰਦਾਨਾ ਜੀ ਜਦੋਂ ਉੱਥੇ ਪਹੁੰਚੇ ਨੇ ਨਾ, ਤੇ ਉੱਥੇ ਹੋਇਆ ਕੀ ਕਿ ਮਹਾਰਾਜ ਨੇ ਭੇਜਤਾ ਭਾਈ ਮਰਦਾਨੇ ਨੂੰ ਵੀ ਜਾ ਪਾਣੀ ਲੈ ਕੇ ਆ। ਤੁਸੀਂ ਸਾਰਿਆਂ ਨੇ ਇਸ ਗਾਥਾ ਨੂੰ ਸੁਣਿਆ ਹੋਵੇਗਾ, ਮੈਂ ਉਹਨੂੰ ਜਿਸ ਪਾਸੇ ਤੋਂ ਵੇਖਦਾ ਹੁੰਦਾ। ਮਹਾਰਾਜ ਨੇ ਭੇਜਿਆ ਤੇ ਬਾਬਾ ਮਰਦਾਨੀ ਨੂੰ ਆਦਤ ਸੀ ਵੀ ਆਪਾਂ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਬਿਨਾਂ ਹੋਰ ਕਿਸੇ ਨੂੰ ਮੰਨਦੇ ਹੀ ਨਹੀਂ। ਬਾਬਾ ਮਰਦਾਨਾ ਜਾ ਕੇ ਤੇ ਕਹਿੰਦੇ ਵੀ ਪਾਣੀ ਲੈਣ ਲੱਗ ਪਿਆ। ਜਾਂ ਪਾਣੀ ਪੁੱਛਿਆ ਉਹਨੇ ਜਾ ਕੇ ਵੀ ਭਾਈ ਪਾਣੀ ਪੀ ਲਈਏ, ਤੇ ਉਹ ਇਸ ਗੱਲ ਤੋਂ ਨਾਰਾਜ਼ ਹੋ ਗਿਆ। ਤੇ ਕਹਿੰਦੇ ਨੇ ਕਿ ਜਦੋਂ 2 ਵਾਰ ਇੱਦਾਂ ਦੀ ਗੱਲ ਵਾਪਰੀ ਨਾ ਤੇ ਉਹ ਪਾਣੀ ਦੇਣ ਨੂੰ ਮੰਨਿਆ ਨਹੀਂ। ਤੇ ਗੱਲ ਅਸਲ ਦੇ ਵਿੱਚ ਇਸ ਗੱਲ ਨਹੀਂ ਸੀ ਵੀ ਪਾਣੀ ਦਾ ਘਾਟਾ ਸੀ ਉੱਥੇ, ਗੱਲ ਇਹ ਸੀ ਵੀ ਭਾਈ ਮਰਦਾਨੇ ਨੇ ਉਹਨੂੰ ਜਾ ਕੇ ਮੱਥਾ ਨਹੀਂ ਸੀ ਟੇਕਿਆ। ਜਿੱਥੇ ਬਾਕੀ ਦੁਨੀਆ ਮੱਥਾ ਟੇਕਦੀ ਆ, ਭਾਈ ਮਰਦਾਨੇ ਨੂੰ ਮੱਥਾ ਨਹੀਂ ਟੇਕਿਆ ਉਹਨੇ, ਭਾਈ ਮਰਦਾਨੇ ਨੇ ਉਹਨੂੰ ਮੱਥਾ ਨਹੀਂ ਸੀ ਟੇਕਿਆ। ਤੇ ਉਹ ਕਹਿੰਦੇ ਨੇ ਕਿ ਬਾਬਾ ਮਰਦਾਨੇ ਨੂੰ ਇੱਕ ਗੱਲ ਕਹਿੰਦਾ ਵੀ ਜਦੋਂ 2-3 ਵਾਰ ਪਾਣੀ ਤੋਂ ਮਨਾ ਕਰ ਦਿੱਤਾ ਤਾਂ ਬਾਬਾ ਵੀ ਆ ਗਿਆ ਵੀ ਛੱਡ ਪਰਾਂ, ਨਹੀਂ ਪਾਣੀ ਦਿੰਦਾ ਤੇ ਅਸੀਂ ਕਿਹੜਾ ਪਿਆਸੇ ਰਹਿ ਚੱਲੇ ਹਾਂ, ਕਿਤੇ ਹੋਰ ਪੀ ਲਾਂਗੇ ਜਾ ਕੇ। ਬਾਬਾ ਮਰਦਾਨਾ ਨਾ ਵਾਪਸ ਮੁੜਨ ਲੱਗ ਪਿਆ। ਤੇ ਜਿਹਨੂੰ ਇੰਝ ਲੱਗਦਾ ਵੀ ਦੁਨੀਆ ਮੈਨੂੰ ਮੱਥਾ ਟੇਕਦੀ ਹੈ ਤੇ ਉਹਨੂੰ ਫਿਰ ਇਹ ਹੁੰਦਾ ਵੀ ਇਹ ਮੇਰੇ ਕੋਲੋਂ ਖਾਲੀ ਚੱਲ ਚੱਲਿਆ, ਵੀ ਝੁਕਿਆ ਨਹੀਂ ਮੇਰੇ ਅੱਗੇ। ਤੇ ਉਹ ਕਹਿੰਦੇ ਨੇ ਵੀ ਉਹਨੇ ਭਾਈ ਮਰਦਾਨੇ ਨੂੰ ਕਿਹਾ ਵੀ ਜਾ ਪਾਣੀ ਜਿੰਨਾ ਮਰਜ਼ੀ ਲੈ ਜਾ, ਬਸ ਇੱਕ ਕੰਮ ਕਰ ਦੇ ਵੀ ਸਿਰ ਇੱਕ ਵਾਰ ਮੱਥਾ ਟੇਕ ਦੇ, ਬਸ ਵੀ ਇੱਕ ਵਾਰ ਇੱਥੇ ਮੱਥਾ ਟੇਕ ਦੇ, ਜਿੱਦਾਂ ਬਾਕੀ ਮੱਥਾ ਟੇਕਦੇ ਨੇ ਨਾ ਇੱਦਾਂ ਇੱਕ ਵਾਰ ਇੱਥੇ ਮੱਥਾ ਟੇਕ ਦੇ। ਤੇ ਭਾਈ ਮਰਦਾਨਾ ਕਹਿੰਦੇ ਬਸ ਸਗੋਂ ਹੋਰ ਤੇਜ਼ ਤੁਰ ਪਿਆ। ਤੇ ਉਹ ਕਹਿੰਦੇ ਵੀ ਕੀ ਗੱਲ ਪਾਣੀ ਨਹੀਂ ਪੀਣਾ? ਉਹ ਕਹਿੰਦਾ ਵੀ ਪਾਣੀ ਤਾਂ ਮੈਂ ਪੀਣਾ ਹੈ, ਪਰ ਇੱਕ ਸਿਰ ਸੀ ਮੇਰਾ, ਤੇ ਜਿੱਦਣ ਇਹ ਸਿਰ ਸੀ ਨਾ ਇਹ ਗੁਰੂ ਨਾਨਕ ਦੇ ਅੱਗੇ ਝੁਕ ਗਿਆ। ਤੇ ਤੇਰੇ ਅੱਗੇ ਤੇ ਮੈਂ ਤਾਂ ਝੁਕਾਵਾਂਗਾ ਨਾ ਜੇ ਮੈਂ ਗੁਰੂ ਨਾਨਕ ਦੇ ਅੱਗੋਂ ਚੁੱਕ ਲਵਾਂਗਾ ਤੇ ਫਿਰ ਮੈਂ ਤੇਰੇ ਅੱਗੇ ਰੱਖਾਂਗਾ। ਹੁਣ ਇਹ ਗੁਰੂ ਨਾਨਕ ਦੇ ਅੱਗੋਂ ਚੁੱਕਿਆ ਨਹੀਂ ਜਾਂਦਾ, ਉਹਦੇ ਅੱਗੋਂ ਚੁੱਕ ਕੇ ਹੀ ਤੇਰੇ ਅੱਗੇ ਰੱਖਾਂਗਾ ਨਾ। ਤੁਸੀਂ 2 ਥਾਵਾਂ ਤੇ ਸਿਰ ਕਿੱਦਾਂ ਰੱਖ ਸਕਦੇ ਜੇ? ਇੱਕ ਥਾਂ ਤੇ ਰੱਖਾਂਗਾ ਨਾ। ਇਹ ਜਿੱਦਣ ਦਾ ਗੁਰੂ ਨਾਨਕ ਦੇ ਅੱਗੇ ਸਿਰ ਝੁਕ ਗਿਆ ਹੈ ਨਾ, ਹੁਣ ਇਹ ਕਿਸੇ ਹੋਰ ਦੇ ਅੱਗੇ ਤਾਂ ਝੁਕੇਗਾ ਜਾਂ ਮੈਂ ਉੱਥੋਂ ਚੁੱਕ ਲਵਾਂ ਤੇ ਉੱਥੋਂ ਮੇਰੇ ਕੋਲ ਚੁੱਕਿਆ ਨਹੀਂ ਹੋ ਜਾਂਦਾ। ਇਸ ਕਰਕੇ ਮੈਨੂੰ ਨਾ ਤੇ ਤੂੰ ਚਾਹੀਦਾ ਤੇ ਨਾ ਤੇਰਾ ਪਾਣੀ ਚਾਹੀਦਾ। ਹੁਣ ਇੱਥੋਂ ਕੀ ਗੱਲਾਂ ਹੋ ਗਈਆਂ ਵੀ ਭਾਈ ਐਵੇਂ ਗੱਲਾਂ ਬਾਤਾਂ ਵਾਲੇ ਸਿੱਖ ਨਹੀਂ ਵੀ ਮੈਂ ਕਹਿਤਾ ਜੀ ਮੇਰਾ ਗੁਰੂ ਗੁਰੂ ਨਾਨਕ ਹੈ ਤੇ ਬਸ ਗੁਰੂ ਨਾਨਕ ਮੇਰਾ ਹੋ ਗਿਆ। ਭਾਈ ਪ੍ਰੋਫੈਸਰ ਪੂਰਨ ਸਿੰਘ ਇੱਕ ਗੱਲ ਕਹਿੰਦੇ ਹੁੰਦੇ ਨੇ ਵੀ ਸਿੱਖੋ ਕਿਤੇ ਇਹ ਨਾ ਸੋਚਿਓ ਵੀ ਤੁਸੀਂ ਮਹਿੰਗੇ ਗੁਰਪੁਰਬ ਮਨਾ ਲਏ ਤੇ ਗੁਰੂ ਨਾਨਕ ਤੁਹਾਡਾ ਹੋ ਗਿਆ। ਧਿਆਨ ਰੱਖਿਓ ਕਿਤੇ ਉਹ ਬਾਬਾ ਕਿਤੇ ਤੁਸੀਂ ਜ਼ਿਆਦਾ ਇੱਧਰ ਪਕਵਾਨ ਪਕਾਏ ਹੋਣ ਗੁਰਪੁਰਬਾਂ ਦੇ ਉੱਤੇ ਵੀ ਫਲਾਣੀ ਸਬਜ਼ੀ ਬਣਾਉਣੀ ਆ, ਫਲਾਣਾ ਆਹ ਬਣਾਉਣਾ, ਇੰਨਾ ਮਹਿੰਗਾ ਲੰਗਰ ਕਰਨਾ, ਤੇ ਉਹ ਚੁੱਪ ਕਰਕੇ ਭਾਈ ਲਾਲੋ ਦੇ ਘਰ ਦੇ ਵਿੱਚ ਪ੍ਰਸ਼ਾਦਾ ਛਕ ਕੇ ਤੇ ਜਾ ਬਾਹਰ ਚਲਾ ਜਾਵੇ ਵੀ ਮੈਨੂੰ ਭਾਈ ਲਾਲੋ ਚੰਗਾ ਲੱਗਦਾ। ਉਹ ਤੇ ਇੱਦਾਂ ਦਾ ਹੈ ਵੀ ਤੁਹਾਨੂੰ ਲੱਗੇ ਵੀ ਬਾਬਾ ਤੁਹਾਡਾ ਸਕਾ ਹੋ ਗਿਆ। ਉਹ ਤੇ ਆਪਣੇ ਪੁੱਤਰਾਂ ਦੀ ਗੱਲ ਨਹੀਂ ਮੰਨਦਾ, ਉਹ ਤੇ ਕਹਿੰਦਾ ਵੀ ਮੈਨੂੰ ਸਿੱਖ ਜ਼ਿਆਦਾ ਪਿਆਰੇ ਨੇ। ਗੱਲਾਂ ਬਾਤੀਂ ਥੋੜ੍ਹਾ ਸਿੱਖ ਬਣਿਆ ਜਾਂਦਾ ਹੈ। ਮਹਾਰਾਜ ਜੀ ਦੇ ਪੁੱਤਰਾਂ ਦਾ ਸਤਿਕਾਰ ਅਸੀਂ ਕਰਦੇ ਹਾਂ, ਪਰ ਜੇ ਬਾਬੇ ਦੀ ਬੇਪਰਵਾਹੀ ਵੇਖੋ ਤੇ ਮਹਾਰਾਜ ਆਪਣੇ ਪੁੱਤਰਾਂ ਨੂੰ ਪਰੇ ਰੱਖ ਲੈਂਦਾ ਤੇ ਆਪਣੇ ਬੱਚੇ ਨੂੰ ਨਾਲ ਲਾ ਲੈਂਦਾ, ਬਾਬੇ ਲੈਣੇ ਨੂੰ ਨਾਲ ਲਾ ਲੈਂਦਾ। ਏਡਾ ਥੋੜ੍ਹਾ ਵੀ ਮੈਂ ਕਹਿਤਾ ਵੀ ਗੁਰੂ ਨਾਨਕ ਮੇਰਾ ਹੋ ਗਿਆ ਤੇ ਬਸ ਗੱਲਾਂ ਬਾਤੀਂ ਮੇਰਾ ਹੋ ਗਿਆ।
ਉਹ ਕਿਤੇ ਮੇਰੇ ਕੋਲ ਬੈਠਾ ਸਾਡੀਆਂ ਇੰਨੀਆਂ ਮਹਿੰਗੀਆਂ ਥਾਵਾਂ ਦੇ ਉੱਤੇ ਛੱਡ ਕੇ ਤੇ ਚੁੱਪ ਕਰਕੇ ਜਾ ਕੇ ਤੇ ਭਾਈ ਲਾਲੋ ਦੇ ਘਰ ਦੇ ਵਿੱਚ ਬੈਠ ਜਾਵੇ, ਮੇਰੇ ਪੱਲੇ ਕੀ ਰਹਿ ਜਾਂਦਾ? ਮੇਰੇ ਖਰਚੇ ਪੈਸੇ ਕਿੱਥੇ ਕੰਮ ਆਉਂਦੇ ਨੇ? ਇਸ ਕਰਕੇ ਗੱਲੀ ਬਾਤੀ ਸਿੱਖ ਨਹੀਂ ਵੀ ਬਸ ਲੈਕਚਰਾਂ ਦੀ ਸਿੱਖੀ। ਔਰ ਇਹ ਵੀ ਮੈਂ ਇੱਕ ਗੱਲ ਕਹਿ ਕੇ ਤੇ ਚਲੋ ਆਪਾਂ ਪੌੜੀ ਦੀ ਵਿਚਾਰ ਕਰਾਂਗੇ। ਪ੍ਰੋਫੈਸਰ ਪੂਰਨ ਸਿੰਘ ਵਰਗੇ ਬੰਦੇ ਜਾਂ ਖਾਸ ਕਰਕੇ ਭਾਈ ਵੀਰ ਸਿੰਘ ਹੁਣਾਂ ਵਰਗੇ ਬੰਦੇ, ਮੈਂ ਅਕਸਰ ਕੋਡ ਕਰਦਾ ਹਾਂ ਇਸ ਗੱਲ ਨੂੰ, ਸਿੱਖੀ ਲੈਕਚਰਾਂ ਦੀ ਨਹੀਂ ਹੈ। ਲੈਕਚਰ ਮੈਂ ਬਹੁਤ ਕਰ ਦਿੰਦਾ, ਮੇਰੇ ਤੋਂ ਵੱਧ ਕਰਨ ਵਾਲੇ ਵੀ ਬਹੁਤ ਨੇ ਇਸ ਦੁਨੀਆ ਦੇ ਵਿੱਚ। ਸਿੱਖੀ ਲੈਕਚਰਾਂ ਦੀ ਨਹੀਂ ਹੈ, ਸਿੱਖੀ ਜੋਤ ਦੀ ਹੈ, ਸਿੱਖੀ ਜੀਵਨ ਦੀ ਹੈ। ਜਿਹਨੇ ਸਿੱਖ ਬਣਨਾ, ਤੁਹਾਡੇ ਬੋਲਣ ਤੋਂ ਬਿਨਾਂ ਤੁਹਾਡੇ ਕੰਮਾਂ ਵੱਲ ਵੇਖ ਕੇ ਸਿੱਖ ਬਣ ਜਾਣਾ ਹੈ। ਔਰ ਬੜੇ ਸਿੱਖ ਇੱਦਾਂ ਹੀ ਬਣਦੇ ਹੁੰਦੇ ਸੀ। ਸਿੱਖੀ ਲੈਕਚਰਾਂ ਦੀ ਥੋੜ੍ਹਾ ਹੈ, ਲੈਕਚਰ ਦੁਨੀਆ 'ਚ ਬਹੁਤ ਹੋ ਰਹੇ ਨੇ। ਇਸ ਕਰਕੇ ਮੁਰਦਾ ਹੋਏ ਮੁਰੀਦ ਭਾਈ, ਜਿਨੇ ਆਪਣੇ ਆਪ ਨੂੰ ਗੁਰੂ ਦੇ ਅੱਗੇ ਵਚਨਬੱਧ ਕਰ ਦਿੱਤਾ ਹੈ ਕਿ ਮਹਾਰਾਜ ਜੀ ਮੈਂ ਤੁਹਾਡੀ ਗੱਲ ਮੰਨਣ ਦੇ ਲਈ ਤਿਆਰ ਹੋ ਗਿਆ ਹਾਂ, ਤੁਹਾਡੇ ਦਰ ਦੇ ਉੱਤੇ ਆ ਗਿਆ ਹਾਂ। ਤੇ ਫਿਰ ਆਇਆ ਇੱਦਾਂ ਦਾ ਨਹੀਂ ਵੀ ਅੱਧੀ ਗੱਲ ਤੁਹਾਡੀ ਮੰਨਣੀ ਤੇ ਅੱਧੀ ਨਹੀਂ ਮੰਨਣੀ। ਮਹਾਰਾਜ ਇੰਨੀ ਕਿਰਪਾ ਕਰਿਓ ਵੀ ਮੈਂ ਤੁਹਾਡੀ ਗੱਲ ਮੰਨਣੀ ਸ਼ੁਰੂ ਕੀਤੀ ਹੈ ਤੇ ਮੈਂ ਮੰਨਦਾ ਹੌਲੀ ਹੌਲੀ ਇਸ ਹੁਕਮ ਨੂੰ ਮੰਨ ਲਵਾਂ। ਕੱਲ੍ਹ ਵੀ ਵਿਸ਼ਾ ਹੋਵੇਗਾ, ਅਸੀਂ ਵਿਚਾਰਾਂਗੇ, ਕਿਉਂਕਿ ਇਹ 3 ਪੌੜੀਆਂ ਨੇ ਇਸੇ ਪਾਸੇ ਦੀਆਂ, ਜਿਹਨੂੰ ਅਸੀਂ ਸੁਖਮਨੀ ਸਾਹਿਬ ਦੇ ਵਿੱਚ ਪਦੇ ਦੇ ਵਿੱਚ ਇੱਦਾਂ ਪੜ੍ਹਦੇ ਹਾਂ, ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ, ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਸਿੱਖ ਸਮੇਤ ਮੇਰੇ ਆਪਣੇ ਕਾਰਜ ਤੇ ਰਾਸ ਕਰਾਉਣੇ ਚਾਹੁੰਦਾ ਹੈ, ਪਰ ਮਨ ਦੀਆਂ ਮੱਤਾਂ ਆਪਣੀਆਂ ਹੀ ਕਰੀ ਜਾਂਦਾ ਹੈ। ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ, ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਭਾਈ ਮੁਰੀਦ ਗੱਲੀ ਬਾਤੀ ਨਹੀਂ ਹੋਇਆ ਜਾਂਦਾ, ਔਰ ਇਹ ਮਰੇ ਹੁੰਦੇ ਨੇ। ਮਰੇ ਹੋਣ ਦਾ ਮਤਲਬ ਤੁਹਾਨੂੰ ਕਦੀ ਵੀ ਉਹਨਾਂ ਦੇ ਅੰਦਰ ਇੰਨੀ ਭੁੱਖ, ਇੰਨੀ ਲਾਲਸਾ ਨਜ਼ਰ ਆਵੇਗੀ ਨਹੀਂ। ਜੇ ਤੁਹਾਨੂੰ ਉਹ ਬੰਦੇ ਵਾਕਿਆ ਹੀ ਨਜ਼ਰ ਆਉਂਦੇ ਨੇ ਕਿਤੇ ਜ਼ਿੰਦਗੀ ਦੇ ਵਿੱਚ, ਨਾ ਗੱਲੀ ਹੋਵਣਾ ਕਿੱਦਾਂ ਦਾ ਹੋਵੇ, ਸਾਬਰ ਸਿਦਕ ਸ਼ਹੀਦ, ਸਬਰ ਵਾਲਾ ਹੋਵੇ, ਸਿਦਕ ਵਾਲਾ ਹੋਵੇ। ਸਿੱਖ ਦੀ ਜ਼ਿੰਦਗੀ ਦੇ ਵਿੱਚ ਇੰਨਾ ਸਿਦਕ ਹੋਣਾ ਚਾਹੀਦਾ ਹੈ, ਸਬਰ ਹੋਣਾ ਚਾਹੀਦਾ ਹੈ। ਮੈਂ ਫਿਰ ਕਹਿ ਦੇਵਾਂ, ਇਹ ਗੱਲਾਂ ਸਿਰਫ ਜ਼ੁਬਾਨੀ ਕਲਾਮੀ ਨਹੀਂ ਨੇ, ਇੰਨਾ ਸਬਰ ਹੋਣਾ ਚਾਹੀਦਾ ਹੈ ਬੰਦੇ ਦੇ ਅੰਦਰ। ਬਾਬਾ ਫਰੀਦ ਕਹਿੰਦੇ ਨੇ ਵੀ ਜੇ ਤੁਹਾਡੇ ਅੰਦਰ ਕੋਈ ਰੱਬ ਦੀ ਗੱਲ ਹੈ ਤੇ ਤਾਂ ਵੀ ਆਪਣੇ ਅੰਦਰ ਉਹਨੂੰ ਕੰਟਰੋਲ ਕਰਕੇ ਰੱਖੋ ਵੀ ਤੁਸੀਂ ਆਪਣੇ ਅੰਦਰ ਜਜ਼ਬ ਕਰ ਸਕਦੇ ਜੇ ਗੱਲਾਂ, ਪੇਸ਼ੈਂਸ ਰੱਖ ਸਕਦੇ ਜੇ। ਤੇ ਜੇ ਕੁਝ ਖਾਣ ਨੂੰ ਨਹੀਂ ਮਿਲਿਆ, ਚੀਜ਼ਾਂ ਨਹੀਂ ਮਿਲੀਆਂ, ਤੇ ਕੀ ਸਾਡੇ ਅੰਦਰ ਸਬਰ ਹੈ? ਬਾਬਾ ਫਰੀਦ ਸਾਹਿਬ ਜੀ ਦਾ ਬਚਨ ਹੈ, ਸਬਰ ਅੰਦਰ ਸਾਬਰੀ ਤਨ ਇਵੇਂ ਜਲੇਨ, ਹੋਣ ਨਜ਼ਦੀਕ ਖੁਦਾਏ ਦੇ ਭੇਦ ਨਾ ਕਿਸੇ ਦੇਣ। ਕਹਿੰਦੇ ਬਿਲਕੁਲ ਰੱਬ ਦੇ ਨਜ਼ਦੀਕ ਵੱਸਦੇ ਨੇ, ਪਰ ਮਜ਼ਾਲ ਹੈ ਕਿਸੇ ਨੂੰ ਭੇਦ ਦੇ ਦਿੰਦੇ ਹੋਣ ਵੀ ਅਸੀਂ ਕਿਸੇ ਲੈਵਲ ਦੇ ਉੱਤੇ ਵੱਸਦੇ ਪਏ ਹਾਂ। ਇੰਨਾ ਨੀਵਾਂ ਰੱਖਿਆ ਆਪਣੇ ਆਪ ਨੂੰ ਵੀ ਸੰਗਤ ਦੇ ਵਿੱਚ ਬੈਠ ਕੇ ਸਾਰਿਆਂ ਦੇ ਵਿੱਚ ਬੈਠੇ ਹੋਏ ਨੇ, ਤਾਂ ਵੀ ਕਿਸੇ ਨੂੰ ਜਣਾਇਆ ਹੀ ਨਹੀਂ ਵੀ ਅਸੀਂ ਇਸ ਲੈਵਲ ਦੇ ਉੱਤੇ ਬੈਠੇ ਹਾਂ। ਉਹ ਤੇ ਫਿਰ ਅਸੀਂ ਦੂਸਰੀ ਗੱਲ ਪੜ੍ਹਦੇ ਹੋ ਨਾ ਵੀ ਮਹਾਰਾਜ ਨੇ ਮਾਣ ਤੋੜਨ ਵਾਲੇ ਵੀ ਰੱਖੇ ਨੇ ਨਾ, ਵੀ ਮਹਾਰਾਜ ਦੇ ਘੋੜਿਆਂ ਦੀ ਲਿੱਦ ਚੁੱਕਣ ਵਾਲੇ, ਸੇਵਾ ਕਰਨ ਵਾਲੇ ਬੰਦੇ ਇਹੋ ਜਿਹੇ ਨੇ ਜਿਹੜੇ ਕਮੀਆਂ ਦਾ ਮਾਣ ਤੋੜ ਦਿੰਦੇ ਨੇ। ਸਬਰ ਵਾਲਾ ਹੋਵੇ ਜ਼ਿੰਦਗੀ 'ਚ, ਇੰਨਾ ਸਿਦਕ ਹੋਵੇ ਸਿੱਖ ਦੇ ਵੀ ਸਿਦਕ ਵੀ ਕਹਿ ਦੇਵੇ ਵੀ ਵਾਹ ਮੈਂ ਕਿਸੇ ਬੰਦੇ ਦੇ ਹੱਥ ਦੇ ਵਿੱਚ ਆਇਆ। ਇਹ ਥੋੜ੍ਹਾ ਵੀ ਹਰ ਗੱਲ ਦੀ ਭੁੱਖ ਹੀ ਲੱਗੀ ਰਹੇ ਜ਼ਿੰਦਗੀ ਦੇ ਵਿੱਚ ਵੀ ਉਹ ਵੀ ਮਿਲ ਜਾਵੇ, ਆਹ ਵੀ ਮਿਲ ਜਾਵੇ। ਸਕੂਨ ਇੰਨਾ ਹੋਵੇ, ਸਬਰ ਹੋਵੇ ਜ਼ਿੰਦਗੀ ਦੇ ਵਿੱਚ, ਸਿਦਕ ਹੋਵੇ। ਸਿਦਕੀ ਹੁੰਦਾ ਜਿਹੜਾ, ਸਿਦਕ ਹੋਣ ਦਾ ਮਤਲਬ ਹੁੰਦਾ ਹੈ ਕਿ ਮੈਨੂੰ ਪਤਾ ਸੀ ਵੀ ਮੇਰੀ 2 ਰੋਟੀਆਂ ਦੀ ਭੁੱਖ ਹੈ ਤੇ ਹੁਣ ਮੇਰਾ ਪੇਟ ਭਰ ਗਿਆ ਹੈ, ਤੇ 2 ਰੋਟੀਆਂ ਦੀ ਭੁੱਖ ਤੋਂ ਬਾਅਦ 'ਚ ਮੈਨੂੰ ਸਿਦਕ ਆ ਗਿਆ ਹੈ। ਅੱਜ ਕੱਲ੍ਹ ਬੰਦੇ ਨੂੰ ਪੇਟ ਦੀ ਭੁੱਖ ਨਹੀਂ ਤੰਗ ਕਰਦੀ। ਇਹ ਤਾਂ ਬਹੁਤ ਕੁਝ ਹੈ ਸਾਡੇ ਘਰਾਂ ਦੇ ਵਿੱਚ। ਅੱਜ ਕੱਲ੍ਹ ਸਿਦਕਹੀਣੇ ਅਸੀਂ ਜ਼ਿਆਦਾ ਹੋ ਗਏ ਹਾਂ, ਔਰ ਵੇਸਟੇਜ ਇਸੇ ਕਰਕੇ ਜ਼ਿਆਦਾ ਹੁੰਦੀ ਹੈ। ਸਿਦਕ, ਹਰ ਚੀਜ਼ ਨੂੰ ਝੂਠਾ ਕਰਨ ਦਾ ਚਾਅ, ਹਰ ਚੀਜ਼ ਨੂੰ। ਕਿਉਂ ਵੇਸਟੇਜ ਇੰਨੀ ਵੱਧ ਗਈ? ਵੇਸਟੇਜ ਇੱਕ ਤਾਂ ਵੱਧ ਗਈ ਵੀ ਸਾਡੇ ਕੋਲ ਚੀਜ਼ਾਂ ਦਾ ਘਾਟਾ ਨਹੀਂ, ਸਾਨੂੰ ਪਤਾ ਵੀ ਅੱਧੀ ਖਾ ਲਓ, ਅੱਧੀ ਸੁੱਟ ਦੋ, ਗਾਂ ਫਿਰ ਮਿਲ ਹੀ ਜਾਣੀ ਹੈ। ਤੇ ਦੂਜੀ, ਬੇਸਿਦਕੇ ਅਸੀਂ ਇੰਨੇ ਹੋ ਗਏ ਹਾਂ ਵੀ ਉਹ ਨਾ ਕਿਤੇ ਰਹਿ ਜਾਵੇ ਮੇਰੇ ਕੋਲ ਖਾਣ ਵਾਲਾ, ਆਹ ਨਾ ਕਿਤੇ ਰਹਿ ਜਾਵੇ, ਅੱਧਾ ਭਾਵੇਂ ਪਲੇਟ ਦੇ ਵਿੱਚ ਹੀ ਪਿਆ ਰਹਿ ਜਾਵੇ ਪਰ ਸੁੱਟ ਕੇ ਤੁਰ ਪਏ ਅਗਲੇ ਪਾਸੇ। ਇਹਨੂੰ ਕਿਹਾ ਜਾਂਦਾ ਹੈ ਬੇਸਿਦਕੇ ਹੋਣਾ। ਸਿੱਖ ਉਹ ਹੈ ਜਿਹਨੂੰ ਸਿਦਕ ਹੋਵੇ, ਜੋ ਮਿਲ ਗਿਆ ਹੈ ਉਹਦੇ ਉੱਤੇ ਸਿਦਕ ਕਰਨ ਵਾਲਾ ਹੋਵੇ। ਸ਼ਹੀਦ ਦਾ ਮਤਲਬ ਹੁੰਦਾ ਹੈ ਗਵਾਹੀ ਕਰਨ ਵਾਲਾ, ਜਿਹਦੀ ਗਵਾਹੀ ਦੇਣ, ਜਿਹਨੇ ਕੋਈ ਇਹੋ ਜਿਹਾ ਕੰਮ ਕਰ ਦਿੱਤਾ ਹੋਵੇ ਜਿਹਦੀ ਸ਼ਾਦੀ ਭਰੀ ਜਾਂਦੀ ਹੈ। ਸਿਦਕ ਦੀ ਗਵਾਹੀ ਦੇਣ ਵਾਲਾ ਹੋਵੇ ਵੀ ਲੋਕੀ ਕਹਿਣ ਵੀ ਜੇ ਸਿਦਕ ਸਿੱਖਣਾ ਹੈ ਤੇ ਇਸ ਸਿੱਖ ਦੇ ਕੋਲੋਂ ਸਿਦਕ ਸਿੱਖੋ। ਸਿਦਕ ਹੁੰਦਾ ਕੀ ਹੈ? ਸਬਰ ਹੁੰਦਾ ਕੀ ਹੈ? ਭਰਮ ਭਉ ਖੋਵਣਾ, ਜਿਹਦੇ ਕੋਲੋਂ ਸਬਰ ਤੇ ਸਿਦਕ ਦੀ ਗਵਾਹੀ ਭਰੀ ਜਾਵੇ।
ਸਬਰ ਤੇ ਸਿਦਕ ਸਿੱਖਿਆ ਜਾਵੇ। ਤੇ ਜਿਸ ਸਿੱਖ ਨੇ ਆਪਣੇ ਅੰਦਰੋਂ ਡਰ ਤੇ ਵਹਿਮ ਦੂਰ ਕਰ ਲਿਆ ਹੈ, ਫਿਰ ਨਾਲ ਕੀ ਹੈ, ਕਹਿੰਦੇ ਉਹ ਤੇ ਇਦਾਂ ਦੀ ਗੱਲ ਹੈ, ਗੋਲਾ ਮੁੱਲ ਖਰੀਦ ਕਾਰੇ ਜੋਬਣਾ। ਜਿੱਦਾਂ ਗੋਲਾ ਵੈਸੇ ਹੁੰਦਾ ਹੈ ਨੌਕਰ, ਤੁਸੀਂ ਇੱਕ ਸ਼ਬਦ ਪੜ੍ਹਦੇ ਜੇ, ਹਜ਼ੂਰ ਦਾ ਬਚਨ ਹੈ, ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ। ਸੱਚੇ ਪਾਤਸ਼ਾਹ ਅਸੀਂ ਤੇਰੇ ਘਰ ਦੇ ਗੋਲੇ ਹਾਂ। ਗੋਲੇ ਦਾ ਮਤਲਬ ਕੀ ਹੁੰਦਾ ਹੈ? ਇਹ ਜਿਹੜਾ ਗੋਲਾ ਲਫ਼ਜ਼ ਹੈ ਇਹ ਗੁਲਾਮ ਤੋਂ ਬਣਿਆ ਹੋਇਆ ਲਫ਼ਜ਼ ਹੈ। ਗੁਲਾਮ ਵੈਸੇ ਸ਼ਬਦ ਜਿਹੜਾ ਹੈ ਉਹ ਸਲੇਵਰੀ ਵਾਲੇ ਪਾਸੇ ਤੋਂ ਹੈ, ਉਹਨਾਂ ਨੂੰ ਖਰੀਦ ਲਿਆ ਜਾਂਦਾ ਸੀ। ਜਿੱਦਾਂ ਜੰਗ ਦੇ ਮੈਦਾਨ ਦੇ ਵਿੱਚ ਜਿਹੜੇ ਬੰਦੇ ਜਿੱਤ ਲਏ ਜਾਂਦੇ ਸੀ ਨਾ, ਉਹਨਾਂ ਨੂੰ ਕਤਲ ਨਹੀਂ ਸੀ ਕੀਤਾ ਜਾਂਦਾ, ਮਾਰਿਆ ਨਹੀਂ ਸੀ ਜਾਂਦਾ, ਪਰ ਉਹਨਾਂ ਨੂੰ ਨਾਲ ਲੈ ਜਾਂਦੇ ਹੁੰਦੇ ਸੀ ਬੰਨ੍ਹ ਕੇ। ਜਦੋਂ ਹਿੰਦੁਸਤਾਨ ਦੇ ਵਿੱਚ ਜਦੋਂ ਨਾਦਰ ਸ਼ਾਹ ਵਾਪਸ ਗਿਆ ਤੇ ਕਿੰਨੀਆਂ ਬੱਚੀਆਂ ਨੂੰ, ਚੰਗੇ ਭਲੇ ਨੌਜਵਾਨਾਂ ਨੂੰ, ਸਾਰਿਆਂ ਨੂੰ ਆਪਣੇ ਨਾਲ ਬੰਨ੍ਹ ਕੇ ਲੈ ਗਿਆ। ਉਹਦੇ ਵਿੱਚ ਫਿਰ ਕੀ ਹੁੰਦਾ ਵੀ ਉੱਥੇ ਜਾ ਕੇ ਤੇ ਮੰਡੀ ਲੱਗਦੀ ਹੈ, ਉਸ ਮੰਡੀ ਦੇ ਵਿੱਚ ਉਹਨਾਂ ਦਾ ਰੇਟ ਕੀਤਾ ਜਾਂਦਾ ਵੀ ਆਹ ਇਹਦਾ ਰੇਟ ਇੰਨਾ ਹੈ। ਉਹਦਾ ਫਿਰ ਜਦੋਂ ਰੇਟ ਕਰ ਦਿੱਤਾ ਜਾਂਦਾ ਤੇ ਉਹ ਮੁੱਲ ਵਿਕ ਜਾਂਦਾ ਹੈ। ਜਦੋਂ ਮੁੱਲ ਵਿਕ ਗਿਆ ਫਿਰ ਉਹਨੂੰ ਕੋਈ ਤਨਖਾਹ ਨਹੀਂ ਮਿਲੇਗੀ, ਕਿਉਂਕਿ ਇੱਕ ਵਾਰ ਮੁੱਲ ਵਿਕ ਗਿਆ, ਕੋਈ ਤਨਖਾਹ ਨਹੀਂ ਮਿਲਣੀ। ਉੱਥੇ ਰਹਿ ਕੇ ਫਿਰ ਉਹ ਆਪਣੇ ਮਾਲਕ ਦੇ ਆਖੇ ਲੱਗ ਕੇ ਕੰਮ ਕਰਨਾ ਹੈ। ਉਹਨੂੰ ਕਿਹਾ ਜਾਂਦਾ ਸੀ ਗੁਲਾਮ। ਔਰ ਬੜੀ ਲੰਮੀ ਪਰੰਪਰਾ ਹੈ ਈਸਾਈ ਮਤ ਦੇ ਵਿੱਚ, ਇਸਲਾਮ ਦੇ ਵਿੱਚ, ਉਹਨਾਂ ਦੇ ਪ੍ਰਗਟ ਹੋਣ ਤੋਂ ਪਹਿਲਾਂ ਵੀ ਇਹ ਗੱਲਾਂ ਜਿਹੜੀਆਂ ਨੇ ਸਲੇਵਰੀ ਦੀਆਂ ਚੱਲਦੀਆਂ ਨੇ। ਬੜੀਆਂ ਕਿਤਾਬਾਂ ਇਸ ਪਾਸੇ ਦੀਆਂ ਲਿਖੀਆਂ ਗਈਆਂ। ਉਹ ਕਹਿੰਦੇ ਨੇ, ਭਾਈ ਗੁਰਦਾਸ ਸਾਹਿਬ ਨੇ ਉਦਾਹਰਣ ਲਿਖੀ ਹੈ ਵੀ ਜਿੱਦਾਂ ਇੱਕ ਨੌਕਰ ਮੁੱਲ ਖਰੀਦ ਲਿਆ ਜਾਵੇ, ਗੋਲਾ ਮੁੱਲ ਖਰੀਦ ਕਾਰੇ ਜੋਬਣਾ, ਤੇ ਉਹਨੂੰ ਬਸ ਕਾਰ ਦੇ ਵਿੱਚ, ਖੇਡ ਦੇ ਵਿੱਚ ਲਾ ਦਿੱਤਾ ਜਾਂਦਾ ਨਾ ਵੀ ਭਾਈ ਤੂੰ ਆਹ ਕੰਮ ਕਰ ਤੇ ਆਹ ਕੰਮ ਕਰ। ਸਾਡੇ ਹੁਣ ਜਿਹੜੇ ਸੰਵਿਧਾਨ ਬਣ ਗਏ ਜਾਂ ਕਾਨੂੰਨ ਬਣ ਗਏ, ਉਹਦੇ ਵਿੱਚ ਤੇ ਇਹ ਹੈ ਨਾ ਵੀ ਤੁਸੀਂ ਲੇਬਰ ਦੇ ਕੋਲੋਂ 8 ਘੰਟੇ ਤੋਂ ਵੱਧ ਕੰਮ ਨਹੀਂ ਕਰਾ ਸਕਦੇ। ਇਹ ਤੇ ਕਾਨੂੰਨ ਬਣ ਗਿਆ ਨਾ ਵੀ 8 ਘੰਟੇ ਤੋਂ ਵੱਧ ਕੰਮ ਨਹੀਂ ਹੋਣਾ। ਪਰ ਤੁਸੀਂ ਵੇਖੋ ਜਿਹੜੇ ਮੁੱਲ ਖਰੀਦ ਲਏ ਜਾਂਦੇ ਨੇ, ਹੁਣ ਤੇ ਚਲੋ ਇਹ ਚੀਜ਼ ਘਟ ਗਈ ਹੈ, ਉਹਨਾਂ ਦੀ ਹਿੰਮਤ ਹੀ ਨਹੀਂ ਸੀ ਵੀ ਇਸ ਗੱਲ ਨੂੰ ਕਹਿ ਸਕਦੇ ਵੀ ਅਸੀਂ ਹੋਰ ਕੰਮ ਨਹੀਂ ਕਰਨਾ। ਪਸ਼ੂ ਕਦੀ ਕਹਿ ਸਕਦਾ ਵੀ ਮੈਂ 8 ਘੰਟੇ ਕੰਮ ਨਹੀਂ ਕਰਨਾ, ਕਿਉਂਕਿ ਖਰੀਦਿਆ ਗਿਆ ਹੈ। ਪਸ਼ੂ ਦੀ ਕੀ ਮਰਜ਼ੀ ਹੈ। ਗੋਲਾ ਮੁੱਲ ਖਰੀਦ ਕਾਰੇ ਜੋਬਣਾ, ਜਦੋਂ ਆਵਾਜ਼ ਮਾਰੀ ਉਹਨੂੰ ਉੱਠ ਕੇ ਜਾਣਾ ਹੀ ਪੈਣਾ ਹੈ। ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੌਵਣਾ। ਭਾਈ ਸਿੱਖ ਦੀ ਭੁੱਖ ਨਾ ਉੱਤੇ ਹੋਵੇ। ਇਸ ਕਰਕੇ ਸਿੱਖ ਨਾ ਬਣੇ ਵੀ ਮਹਾਰਾਜ ਦੇ ਕੋਲੋਂ ਚੀਜ਼ਾਂ ਵਧੀਆ ਵਧੀਆ ਮਿਲ ਗਈਆਂ ਤੇ ਫਿਰ ਸਿੱਖ ਬਣ ਗਏ, ਚੀਜ਼ਾਂ ਨਹੀਂ ਮਿਲੀਆਂ ਤੇ ਸਿੱਖੀ ਹੋ ਗਈ। ਇੱਦਾਂ ਨੇ। ਨਾ ਤਿਸ ਭੁੱਖ ਤੇ ਨਾ ਉਹਨੂੰ ਨੀਂਦ ਹੀ ਤੰਗ ਕਰੇ ਵੀ ਅੰਮ੍ਰਿਤ ਵੇਲੇ ਉੱਠਣਾ ਤੇ ਹੈ ਪਰ ਨੀਂਦ ਨਹੀਂ ਉੱਠਣ ਦਿੰਦੀ। ਇਹਦਾ ਮਤਲਬ ਹੈ ਅਜੇ ਨੀਂਦ ਤੰਗ ਕਰਦੀ ਹੈ। ਨਾ ਖਾਣਾ ਸੌਵਣਾ, ਇਹਦਾ ਮਤਲਬ ਇਹ ਨਹੀਂ ਵੀ ਨਾ ਉਹਨੇ ਖਾਣਾ ਤੇ ਨਾ ਸੌਣਾ ਹੈ, ਤੇ ਨਾ ਉਹਨੇ ਜਿਹੜਾ ਹੈ ਉਹਨੇ ਕੁਝ ਜਿਹੜਾ ਹੈ ਉਹ ਜ਼ਿੰਦਗੀ ਦੇ ਵਿੱਚ ਇੱਦਾਂ ਵਿਚਰਨਾ ਨਹੀਂ ਹੈ। ਇਹਦਾ ਮਤਲਬ ਹੈ ਵੀ ਇਹਨਾਂ ਦੀ ਐਕਸੈਸ ਨਹੀਂ ਹੈ ਉਹਦੀ ਜ਼ਿੰਦਗੀ ਦੇ ਵਿੱਚ, ਇਹ ਵਾਧ ਨਹੀਂ ਹੈ ਉਹਦੀ ਜ਼ਿੰਦਗੀ ਦੇ ਵਿੱਚ ਵੀ ਦੂਜਿਆਂ ਦੇ ਵਾਂਗੂ ਹਰ ਵੇਲੇ ਭੁੱਖ ਹੀ ਲੱਗੀ ਰਹਿੰਦੀ ਹੈ, ਹਰ ਵੇਲੇ ਸੁਸਤੀ ਪਈ ਰਹਿੰਦੀ ਹੈ ਤੇ ਬਸ ਖਾਣ ਤੇ ਸੌਣ ਵੱਲ ਹੀ ਧਿਆਨ ਹੈ। ਇੱਦਾਂ ਦੀ ਜ਼ਿੰਦਗੀ ਨਹੀਂ ਹੈ। ਜਿੰਨਾ ਖਾਵੇਗਾ ਜ਼ਿਆਦਾ, ਬੰਦਾ ਸੌਵੇਗਾ ਵੀ ਓਨਾ ਹੀ ਜ਼ਿਆਦਾ। ਬਸ ਇਹ ਜ਼ਿੰਦਗੀ ਦਾ ਸਭ ਤੋਂ ਸੌਖਾ ਜਿਹਾ ਅਸੂਲ ਹੈ। ਲੋੜ ਅਨੁਸਾਰ ਖਾਈਏ, ਜ਼ਿਆਦਾ ਖਾਵਾਂਗੇ ਖਾ ਕੇ ਬਿਮਾਰ ਵੀ ਹੋਵਾਂਗੇ, ਨੀਂਦ ਵੀ ਵਧੇਗੀ। ਇਹਨੂੰ ਪ੍ਰੈਕਟੀਕਲ ਵੀ ਕਰਕੇ ਵੇਖ ਲੈਣਾ। ਨੀਂਦ ਤੇ ਭੁੱਖ ਜਿੰਨੀ ਮਰਜ਼ੀ ਬੰਦਾ ਘਟਾ ਸਕਦਾ ਹੈ ਤੇ ਜਿੰਨੀ ਮਰਜ਼ੀ ਬੰਦਾ ਵਧਾ ਸਕਦਾ ਹੈ। ਇਹ ਸਾਡੇ ਉੱਤੇ ਪ੍ਰੈਕਟੀਕਲ ਆ ਜਾਂਦੇ ਨੇ। ਨਾ ਤਿਸ ਭੁੱਖ ਨਾ ਨੀਂਦ, ਉਹਨੂੰ ਨਾ ਭੁੱਖ ਤੰਗ ਕਰੇ ਨਾ ਨੀਂਦ ਤੰਗ ਕਰੇ, ਨਾ ਉਹਨੂੰ ਖਾਣਾ ਸੌਣਾ ਤੰਗ ਕਰੇ। ਤੇ ਫਿਰ ਵੇਖੋ, ਪੀਹਣ ਹੋਏ ਜਦੀਦ ਪਾਣੀ ਢੋਵਣਾ। ਹੁਣ ਤੇ ਕਿੱਡਾ ਸੌਖਾ ਨਾ ਵੀ ਮਾੜਾ ਜਿਹਾ ਥੱਲੇ ਜਾਂਦੇ ਹਾਂ ਤੇ ਟੂਟੀ ਛੱਡੋ ਤੇ ਪਾਣੀ ਉਸੇ ਵੇਲੇ ਆ ਜਾਂਦਾ। ਤੇ ਉਹ ਵੀ ਤਾਂ ਸੋਚੋ ਨਾ ਵੀ ਜਦੋਂ ਸੰਗਤ ਦੀ ਇਕੱਤਰਤਾ ਹੋਣੀ ਹੋਵੇ ਵੀ ਜੀ ਫਲਾਣੇ ਥਾਂ ਦੇ ਉੱਤੇ 200 ਸਿੱਖ ਇਕੱਠਾ ਹੋਣਾ ਹੈ, ਜਾਂ ਆਪਣੇ ਇਲਾਕੇ ਦੇ ਸਿੱਖ ਇਕੱਠੇ ਹੋਣੇ ਹੁੰਦੇ ਸੀ ਤੇ ਖੂਹਾਂ ਤੋਂ ਪਾਣੀ ਲੈ ਕੇ ਆਉਣਾ। ਹੁਣ ਜੇ ਇੱਕ ਥਾਂ ਦੇ ਉੱਤੇ 50 ਬੰਦਿਆਂ ਨੇ ਵੀ ਪ੍ਰਸ਼ਾਦਾ ਛਕਣਾ ਹੈ, ਉਹਨਾਂ ਦੇ ਬਰਤਨ ਵੀ ਚਲੋ ਸਾਫ਼ ਹੋਣੇ ਨੇ। ਚਲੋ ਜੇ ਬਰਤਨਾਂ ਦੀ ਵੀ ਗੱਲ ਛੱਡੀਏ ਤਾਂ ਉਹਨਾਂ 50 ਜਾਣਿਆਂ ਨੇ ਪਾਣੀ ਜਿਹੜਾ ਪੀਣਾ ਹੈ, ਉਹਨਾਂ ਦੇ ਲਈ ਜਦੋਂ ਪ੍ਰਸ਼ਾਦਾ ਤਿਆਰ ਹੋਣਾ ਹੈ, ਤੁਸੀਂ 50 ਜਾਣਿਆਂ ਦੀ ਐਵਰੇਜ ਕੱਢ ਕੇ ਵੇਖ ਲਓ ਵੀ ਇੱਕ ਬੰਦੇ ਦੇ ਉੱਤੇ ਜੇ 2 ਲੀਟਰ ਵੀ ਪਾਣੀ ਖਰਚ ਹੋਵੇ ਤਾਂ ਘੱਟੋ ਘੱਟ 100 ਲੀਟਰ ਪਾਣੀ ਤੇ ਖਰਚ ਹੁੰਦਾ ਹੀ ਹੈ ਨਾ। ਹੁਣ 100 ਲੀਟਰ ਪਾਣੀ ਖੂਹ ਦੇ ਉੱਤੋਂ ਲੈ ਕੇ ਆਉਣਾ ਹੈ, ਸੌਖੀ ਗੱਲ ਹੈ ਕਿਤੇ? ਉਦੋਂ ਉਸ ਸੇਵਾ ਨੂੰ, ਪਾਣੀ ਦੀ ਸੇਵਾ ਨੂੰ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ। ਔਰ ਅੱਜ ਵੀ ਪਾਣੀ ਦੀ ਸੇਵਾ ਸਭ ਤੋਂ ਉੱਤੇ ਹੈ। ਇਹ ਸਾਡੀ ਇੱਦਾਂ ਕਹਿ ਲਈਏ ਵੀ ਇਹ ਢਿੱਲ ਹੋ ਗਈ ਹੈ ਵੀ ਅਸੀਂ ਪਾਣੀ ਨਹੀਂ ਵਰਤਾਉਂਦੇ, ਬਹੁਤੇ ਲੰਗਰਾਂ ਦੇ ਵਿੱਚ ਜਲ ਨਹੀਂ ਵਰਤਾਉਂਦੇ। ਇਹ ਵਰਤਾਉਣਾ ਚਾਹੀਦਾ ਹੈ। ਔਰ ਸਾਡੇ ਬੱਚਿਆਂ ਦੀ ਬੇਸਿਕ ਸੇਵਾ ਇਹ ਹੈ, ਉਹਨਾਂ ਨੂੰ ਪਤਾ ਹੋਵੇ ਵੀ ਪਾਣੀ ਪਿਆਉਣ ਦਾ ਮਤਲਬ ਕੀ ਹੈ। ਪੀਹਣ ਹੋਏ ਜਦੀਦ, ਤਾਜ਼ਾ ਆਟਾ ਪੀਣਾ। ਜਦੀਦ ਦਾ ਮਤਲਬ ਹੁੰਦਾ ਹੈ ਤਾਜ਼ਾ ਆਟਾ।
ਹੁਣ ਤਾਂ ਸਾਡੇ ਕੋਲ ਉਹ ਚੱਕੀਆਂ ਦੂਸਰੀਆਂ ਆ ਗਈਆਂ ਨੇ ਨਾ, ਵੀ ਮਸ਼ੀਨ ਉਸੇ ਵੇਲੇ ਚੱਲਦੀ ਹੈ ਅਤੇ ਬਸ ਜੀ ਭਾਵੇਂ ਤੁਸੀਂ 1 ਕੁਇੰਟਲ ਆਟਾ ਉਸੇ ਵੇਲੇ ਲੈ ਆਓ ਅਤੇ ਮਾਰਕੀਟ ਦੇ ਵਿੱਚ ਵੀ ਇੰਨਾ ਕੁ ਮਿਲ ਜਾਂਦਾ। ਉਦੋਂ ਕੀ ਹੋਣਾ ਵੀ ਪਤਾ ਹੈ ਜੀ ਸੰਗਤ ਦੀ ਇਕੱਤਰਤਾ ਹੋਣੀ ਹੈ ਅਤੇ ਉਦੋਂ ਤੋਂ ਪਹਿਲਾਂ ਜਿੰਨਾ ਅਨਾਜ ਇਕੱਠਾ ਕੀਤਾ ਜਾਂਦਾ ਸੀ ਉਹਨੂੰ ਪੀਸਿਆ ਜਾਂਦਾ ਹੁੰਦਾ ਸੀ। ਹੁਣ ਇਹਦਾ ਮਤਲਬ ਹੈ ਵੀ ਇਹ ਤਾਂ ਹੁਣ ਚਲੋ ਹੌਲੀ ਹੌਲੀ ਤੁਹਾਡੇ ਸਾਹਮਣੇ ਘਟਦਾ ਜਾਂਦਾ। ਜੇ ਪੰਜਾਬ ਦੇ ਵਿੱਚ ਤਾਂ ਬਹੁਤੀਆਂ ਥਾਵਾਂ ਦੇ ਉੱਤੇ ਤਾਂ ਇੱਦਾਂ ਹੈ ਵੀ ਲੰਗਰ ਜਦੋਂ ਸ਼ੁਰੂ ਹੋਣਾ ਹੈ ਅਤੇ ਜਿੱਥੇ ਹਲਵਾਈ ਲੰਗਰ ਨਹੀਂ ਬਣਾਉਂਦੇ, ਸੰਗਤ ਲੰਗਰ ਤਿਆਰ ਕਰਦੀ, ਉੱਥੇ ਵੇਖੋ ਨਾ ਪਹਿਲਾਂ ਦਾਲ ਜਿਹੜੀ ਆ ਸੰਗਤ ਦੇ ਅੱਗੇ ਵਿਛਾ ਦਿੱਤੀ ਜਾਂਦੀ ਹੈ ਵੀ ਚੁਣੋ ਇਸ ਦਾਲ ਨੂੰ। ਉਹ ਕਿਉਂ ਚੁਣਿਆ ਜਾਂਦਾ ਵੀ ਦਾਲ ਜਿਹੜੀ ਹੈ ਸਾਫ਼ ਰਵੇ। ਅਜੇ ਵੀ ਦਰਬਾਰ ਸਾਹਿਬ ਜਾ ਕੇ ਵੇਖ ਲਓ, ਸਾਰਾ ਕੁਝ ਤੁਹਾਡੇ ਸਾਹਮਣੇ ਪ੍ਰੈਕਟੀਕਲ ਹੋ ਜਾਵੇਗਾ। ਉਹ ਇੱਦਾਂ ਥੋੜ੍ਹਾ ਬਣਾ ਦਿੱਤੀ ਜਾਂਦੀ ਹੈ। ਕਿੰਨੀ ਸੰਗਤ ਉੱਥੇ ਬੈਠਦੀ ਹੈ, ਸਾਰਾ ਕੁਝ ਆਪਣੇ ਹੱਥੀਂ ਸੰਗਤ ਤਿਆਰ ਕਰਦੀ ਪਈ ਹੈ। ਤੁਸੀਂ ਵੇਖਿਆ ਹੋਵੇਗਾ ਦਰਬਾਰ ਸਾਹਿਬ ਦਾ ਲੰਗਰ ਜਿੱਥੇ ਤਿਆਰ ਹੋ ਰਿਹਾ ਹੁੰਦਾ। ਮਹਾਰਾਜ ਭਾਈ ਗੁਰਦਾਸ ਸਾਹਿਬ ਕਹਿੰਦੇ ਵੀ ਭਾਈ ਤਾਜ਼ਾ ਆਟਾ ਪੀਵੇ। ਤਾਜ਼ਾ ਆਟਾ ਪੀਣ ਦਾ ਮਤਲਬ ਕੀ ਹੈ ਵੀ ਜੇ ਕਿਤੇ ਸਿੱਖ ਆ ਗਿਆ ਹੈ ਅਤੇ ਮੱਥੇ ਦੇ ਉੱਤੇ ਵੱਟ ਨਾ ਪਾ ਦੇ ਵੀ ਹਾਏ ਕਿਤੇ ਰੋਟੀ ਨਾ ਮੰਗ ਲਵੇ। ਇੱਦਾਂ ਦੀ ਕਾਹਦੀ ਸਿੱਖੀ ਹੋਈ ਫਿਰ? ਨਹੀਂ, ਉਹਦੀ ਸੇਵਾ ਦੇ ਵਿੱਚ ਤਤਪਰ ਰਵੇ ਵੀ ਮੈਂ ਸਿੱਖ ਦੀ ਸੇਵਾ ਕਰਨੀ ਹੈ, ਗੁਰੂ ਨਾਨਕ ਦੇ ਬੱਚੇ ਦੀ ਸੇਵਾ ਕਰਨੀ ਹੈ। ਇੱਦਾਂ ਸੇਵਾ ਹੋਵੇ। ਬੰਦਿਆਂ ਨੂੰ ਕਦੀ ਰੋਟੀ ਖਵਾਉਣੀ ਹੈ, ਸਿੱਖ ਨੇ ਸਿੱਖ ਨੂੰ ਪ੍ਰਸ਼ਾਦਾ ਛਕਾਉਣਾ ਹੈ। ਚਲੋ ਅਸੀਂ ਇਹਨੂੰ ਪਿੱਛੇ ਵਿਚਾਰਿਆ ਹੈ ਇੱਕ ਥਾਂ ਦੇ ਉੱਤੇ, ਇਸ ਕਰਕੇ ਮੈਂ ਸੰਖੇਪ ਗੱਲ ਕਰਾਂਗਾ। ਪੀਹਣ ਹੋਏ ਜਦੀਦ ਪਾਣੀ ਢੋਵਣਾ, ਨਾਲੇ ਤੇ ਉਹ ਆਟਾ ਪੀਵੇ ਉੱਥੇ, ਕਿਉਂਕਿ ਚੱਕੀ ਮਾੜੇ ਮੋਟੇ ਬੰਦੇ ਦਾ ਕੰਮ ਤੇ ਨਹੀਂ ਸੀ ਚਲਾਉਣਾ। ਜੇ ਕਿਤੇ ਆਪਦੀ ਜ਼ਿੰਦਗੀ 'ਚ ਪ੍ਰੈਕਟੀਕਲ ਕੀਤਾ ਹੋਵੇ ਉਹ ਤਾਂ 15 ਕੁ ਮਿੰਟ ਚਲਾ ਲਈਏ ਤਾਂ ਬਾਹਾਂ ਪੀੜ ਹੋਣ ਲੱਗ ਪੈਂਦੀਆਂ ਨੇ। ਅਤੇ ਉਹ ਧਨ ਨੇ ਬੀਬੀਆਂ ਜਿਹੜੀਆਂ ਦਿਨ ਦੇ ਵਿੱਚ ਕਿੰਨਾ ਆਟਾ ਪੀ ਜਾਂਦੀਆਂ ਹੁੰਦੀਆਂ ਸੀ। ਉਹਨਾਂ ਨੂੰ ਸੌਖਾ ਨਹੀਂ ਆਟਾ ਪੀਸਣਾ, ਕਿ ਚੱਕੀ ਕਿਤੇ ਸੌਖੀ ਘੁੰਮਦੀ ਹੈ, ਤੁਹਾਨੂੰ ਸਾਰਿਆਂ ਨੂੰ ਪਤਾ। ਇਸ ਕਰਕੇ ਉਹ ਸੇਵਾ ਕਰੇ ਜਿਹੜੀ ਲੋਕਾਂ ਨੂੰ ਲੱਗਦੀ ਹੋਵੇ ਵੀ ਬੜੀ ਔਖੀ ਸੇਵਾ ਹੈ। ਪਾਣੀ ਢੋਵੇ, ਪਾਣੀ ਵੀ ਵਜਨ ਵਾਲਾ ਕੰਮ ਹੈ। ਪੱਖੇ ਦੀ ਤਾਗੀਦ, ਪੱਗ ਮਲ ਧੋਵਣਾ। ਅਤੇ ਹੁਣ ਤਾਂ ਬਿਜਲੀਆਂ ਆ ਗਈਆਂ ਨੇ, ਪੱਖੇ ਆਰਾਮ ਨਾਲ ਚੱਲਦੇ ਪਏ ਨੇ। ਸੋਚੋ ਵੀ ਜਦੋਂ ਸੰਗਤ ਆ ਕੇ ਬੈਠਦੀ ਹੁੰਦੀ ਸੀ ਅਤੇ ਉਸ ਸੰਗਤ ਦੇ ਵਿੱਚ ਤਾਂ ਤੁਹਾਨੂੰ ਅਜੇ ਵੀ ਫੋਟੋਆਂ ਮਿਲ ਜਾਣਗੀਆਂ। ਉਹ ਕੀ ਕਰਦੇ ਹੁੰਦੇ ਸੀ ਵੀ ਸਿੱਖ ਇਕੱਠੇ ਹੋਣੇ, ਵੱਡਾ ਪੱਖਾ ਲੈ ਕੇ ਅਤੇ ਪੱਖਾ ਚੱਲਣ ਦੀ ਸੇਵਾ ਕਰਨੀ। ਜਿਸ ਵੇਲੇ ਨਵਾਬ ਕਪੂਰ ਸਿੰਘ ਦੀ ਗੱਲ ਆਉਂਦੀ ਹੈ ਵੀ ਨਵਾਬੀ ਮਿਲੀ ਸੀ, ਵੀ ਲੱਭਦਾ ਨਹੀਂ ਸੀ ਵੀ ਕੌਣ ਨਵਾਬੀ ਲੈਣ ਲਈ ਤਿਆਰ ਹੋਵੇ, ਤਾਂ ਉਸ ਵੇਲੇ ਨਵਾਬ ਕਪੂਰ ਸਿੰਘ ਸੰਗਤ ਨੂੰ ਪੱਖਾ ਚੱਲਦੇ ਪਏ ਸੀ। ਇਹ ਪੱਖੇ ਦੀ ਸੇਵਾ ਬੜੀ ਕਮਾਲ ਦੀ ਸੇਵਾ ਹੈ ਵੀ ਜਿਹੜੇ ਬਾਕੀ ਸੰਗਤ ਦੇ ਵਿੱਚ ਸਿੱਖ ਬੈਠੇ ਨੇ, ਮੈਂ ਉਹਨਾਂ ਨੂੰ ਕਿੰਨਾ ਸੁੱਖ ਦੇ ਸਕਦਾ ਹਾਂ। ਇੱਦਾਂ ਸਿੱਖੀ ਕਮਾਈ ਜਾਂਦੀ ਰਹੀ ਹੈ ਅਤੇ ਕਮਾਉਣੀ ਚਾਹੀਦੀ ਵੀ ਹੈ। ਪੱਖੇ ਦੀ ਤਾਗੀਦ, ਪੱਖੇ ਦਾ ਹੁਕਮ ਹੋ ਗਿਆ ਵੀ ਭਾਈ ਜਾ ਕੇ ਪੱਖਾ ਚੱਲ ਸੰਗਤ ਨੂੰ, ਅਤੇ ਇਹ ਥੋੜ੍ਹਾ ਵੀ ਮੈਂ ਕਿਉਂ ਚੱਲਾਂ, ਬਸ ਤੁਰ ਪਿਆ ਵੀ ਠੀਕ ਹੈ, ਜੇ ਮੈਨੂੰ ਕਹਿ ਦਿੱਤਾ ਤਾਂ ਮੈਂ ਤੁਰ ਪਿਆ ਹਾਂ। ਪੱਗ ਮਲ ਧੋਵਣਾ, ਸਿੱਖਾਂ ਦੀ ਸੇਵਾ ਕਰੇ, ਉਹਨਾਂ ਦੇ ਪੈਰ ਮਲ ਮਲ ਕੇ ਧੋਵੇ, ਮਤਲਬ ਇੰਨੀ ਨਿਮਰਤਾ ਦੇ ਵਿੱਚ ਰਹਿ ਕੇ ਸੇਵਾ ਕਰੇ। ਫਿਰ ਵੇਖੋ, ਸੇਵਕ ਹੋਏ ਸੰਜੀਦ, ਨਾ ਹੱਸਣ ਰੋਵਣਾ। ਸੇਵਕ ਚੰਚਲ ਕਿਸਮ ਦਾ ਨਹੀਂ ਹੋਣਾ ਚਾਹੀਦਾ, ਉਹਦੀ ਜ਼ਿੰਦਗੀ 'ਚ ਚੰਚਲਤਾ ਹੀ ਨਹੀਂ ਹੋਣੀ ਚਾਹੀਦੀ, ਗੰਭੀਰਤਾ ਹੋਣੀ ਚਾਹੀਦੀ ਹੈ। ਇਹ ਨਹੀਂ ਵੀ ਹਰ ਨਿੱਕੀ ਜਿਹੀ ਗੱਲ ਦੇ ਉੱਤੋਂ ਇੰਨੀ ਉੱਚੀ ਹੱਸੇ ਵੀ ਪਤਾ ਹੀ ਨਹੀਂ ਲੱਗੇ ਕਿੱਥੇ ਬੈਠਾ, ਅਤੇ ਹਰ ਨਿੱਕੀ ਜਿਹੀ ਗੱਲ ਤੋਂ ਇੰਨਾ ਰੋਣਾ ਸ਼ੁਰੂ ਕਰ ਦੇਵੇ ਵੀ ਹਾਏ ਪਤਾ ਨਹੀਂ ਜ਼ਿੰਦਗੀ ਮੁੱਕ ਗਈ। ਸੰਜੀਦਗੀ ਹੋਣੀ ਚਾਹੀਦੀ ਹੈ, ਗਹਿਰਾਈ ਹੋਣੀ ਚਾਹੀਦੀ ਹੈ ਜ਼ਿੰਦਗੀ ਦੇ ਵਿੱਚ, ਜਿਹਦੇ ਵਿੱਚ ਹਰ ਗੱਲ ਏਡੀ ਜਲਦੀ ਅਸਰ ਨਾ ਕਰ ਦੇਵੇ ਵੀ ਬਸ ਹਾਏ ਖਤਮ ਹੋ ਗਏ ਅਤੇ ਬਸ ਇਹੋ ਹੀ ਜ਼ਿੰਦਗੀ ਦੀ ਆਖਰੀ ਗਮੀ ਹੈ ਅਤੇ ਇਹੋ ਹੀ ਜ਼ਿੰਦਗੀ ਦੀ ਆਖਰੀ ਖੁਸ਼ੀ ਹੈ। ਇੰਨਾ ਸੰਜੀਦਾ ਹੋਵੇ, ਇੰਨੀ ਗੰਭੀਰਤਾ ਹੋਵੇ, ਜਿੰਨਾ ਸਮੁੰਦਰ ਨੀਵਾਂ ਹੁੰਦਾ ਜਾਂਦਾ ਹੈ, ਡੂੰਘਾ ਹੁੰਦਾ ਜਾਂਦਾ, ਓਨਾ ਹੀ ਪਾਣੀ ਸ਼ਾਂਤ ਹੋਈ ਜਾਂਦਾ। ਇੱਦਾਂ ਦੀ ਜ਼ਿੰਦਗੀ ਹੋਵੇ, ਹਰ ਗੱਲ ਦੇ ਵਿੱਚ ਸੰਜੀਦਾ ਹੋਵੇ, ਸਮਝਦਾਰ ਹੋਵੇ। ਸੇਵਕ ਹੋਏ ਸੰਜੀਦ, ਨਾ ਹੱਸਣ ਰੋਵਣਾ। ਦਰ ਦਰਵੇਸ਼ ਰਸੀਦ, ਰਸੀਦ ਦਾ ਮਤਲਬ ਹੁੰਦਾ ਹੈ ਜਿੱਦਾਂ ਅਸੀਂ ਪੈਸੇ ਕੱਟਦੇ ਹਾਂ ਕਿਸੇ ਦੇ ਅਤੇ ਉਹਨੂੰ ਰਸੀਦ ਦੇ ਦਿੰਦੇ ਹਾਂ। ਰਸੀਦ ਦਾ ਮਤਲਬ ਹੁੰਦਾ ਹੈ ਪਹੁੰਚ, ਵੀ ਜੋ ਤੁਸੀਂ ਲੈ ਕੇ ਆਏ ਸੀ ਸਾਡੇ ਕੋਲ ਪਹੁੰਚ ਗਈ ਹੈ, ਉਹਦਾ ਸਬੂਤ ਹੁੰਦਾ ਹੈ ਉਹ ਸਲਿੱਪ ਜਿਹੜੀ ਦਿੱਤੀ ਜਾਂਦੀ ਹੈ। ਦਰ ਦਰਵੇਸ਼ ਰਸੀਦ, ਜਿਹੜਾ ਸਿੱਖ ਆਹ ਕੰਮ ਕਰ ਲੈਂਦਾ ਹੈ ਉਹ ਸਮਝ ਲਓ ਵੀ ਰੱਬ ਦੇ ਘਰ ਦੇ ਵਿੱਚ ਦਰਵੇਸ਼ ਹੋ ਕੇ ਤੇ ਪਹੁੰਚ ਜਾਂਦਾ ਹੈ। ਅਤੇ ਫਿਰ ਕੀ ਹੈ? ਪਿਰਮ ਰਸ ਭੋਵਣਾ, ਅਕਾਲ ਪੁਰਖ ਵਾਹਿਗੁਰੂ ਦੇ ਪਿਆਰ ਦੇ ਵਿੱਚ ਜਿਹੜਾ ਆਪਣੇ ਆਪ ਨੂੰ ਸਮਝ ਲਓ ਵੀ ਭਿਉਂ ਲੈਂਦਾ ਹੈ, ਆਪਣੇ ਆਪ ਨੂੰ ਤਰ ਰੱਖਦਾ ਹੈ, ਗਿੱਲਾ ਰੱਖਦਾ ਹੈ, ਜਿਹਦੇ ਅੰਦਰ ਹਰ ਵੇਲੇ ਚਾਅ ਚੜਿਆ ਰਹਿੰਦਾ ਹੈ। ਚੰਦ ਮੁਬਾਰਕ ਈਦ ਪੁੱਗ ਖਲੋਵਣਾ, ਜਿੱਦਾਂ ਈਦ ਦੇ ਚੰਦ ਨੂੰ ਇਸਲਾਮੀ ਪਰੰਪਰਾ ਦੇ ਵਿੱਚ ਬੜਾ ਚੰਗਾ ਮੰਨਿਆ ਜਾਂਦਾ ਹੈ, ਉਹਨੂੰ ਉਹ ਸਮਝ ਲਓ ਵੀ ਬੜਾ ਸਤਿਕਾਰ ਕਰਦੇ ਨੇ ਨਾ ਈਦ ਦੇ ਚੰਦ ਦਾ। ਸਾਡੇ ਵਿੱਚ ਕਿੰਨੇ ਮੁਹਾਵਰੇ ਬਣੇ ਨੇ ਈਦ ਦੇ ਚੰਦ ਦੇ। ਚੰਦਰਮਾ ਤਾਂ ਉੱਦਾਂ ਵੀ ਉਹਦੇ ਚੜ੍ਹਦਾ ਰਹਿੰਦਾ, ਪਰ ਈਦ ਦੇ ਉੱਤੇ ਕਿਉਂ ਜ਼ਿਆਦਾ ਪਵਿੱਤਰ ਮੰਨਿਆ ਇਸਲਾਮੀ ਪਰੰਪਰਾ ਦੇ ਵਿੱਚ? ਜਿੱਦਾਂ ਉਸ ਨੂੰ ਈਦ ਦੇ ਮੌਕੇ ਦੇ ਉੱਤੇ ਇਸਲਾਮੀ ਪਰੰਪਰਾ ਦੇ ਵਿੱਚ ਚੰਦਰਮਾ ਨੂੰ ਬੜਾ ਉੱਚਾ ਮੰਨਿਆ ਜਾਂਦਾ ਹੈ ਨਾ, ਸਮਝ ਲਓ ਭਾਈ ਗੁਰਦਾਸ ਸਾਹਿਬ ਕਹਿੰਦੇ ਉਹ ਸਿੱਖ ਜਿਹੜਾ ਨਾ ਉਹ ਚੰਦ ਦੇ ਵਾਂਗੂ ਮੁਬਾਰਕ ਹੋ ਗਈ ਉਹਦੀ ਜ਼ਿੰਦਗੀ।
ਜਿੱਦਾਂ ਈਦ ਦੇ ਚੰਦ ਦਾ ਸਤਿਕਾਰ ਹੈ ਨਾ, ਉਸ ਸਿੱਖ ਦਾ ਸਤਿਕਾਰ ਇਦਾਂ ਜ਼ਿੰਦਗੀ ਦੇ ਵਿੱਚ ਹੁੰਦਾ ਹੈ। ਪਰ ਕਿਹਦਾ ਹੈ? ਜਿਹੜਾ ਬੰਦਾ ਵਾਕਿਆ ਹੀ ਗੁਰੂ ਦੇ ਬੋਲਾਂ ਦੀ ਉੱਤੇ ਚੱਲ ਕੇ ਤੇ ਸੇਵਾ ਕਰੇ, ਗੱਲਾਂ ਬਾਤੀਂ ਸਿੱਖ ਨਾ ਹੋਵੇ, ਜ਼ੁਬਾਨੀ ਕਲਾਮੀ ਸਿੱਖ ਨਾ ਹੋਵੇ ਵੀ ਮੈਂ ਸਿੱਖ ਹਾਂ। ਇੱਦਾਂ ਸਿੱਖ ਨਹੀਂ ਬਣਿਆ ਜਾਂਦਾ। ਅਸਲ ਦੇ ਵਿੱਚ ਸਿੱਖ ਹੈ ਹੀ ਉਹ ਹੈ ਜਿਹਨੇ ਆਪਣੇ ਆਪ ਨੂੰ ਖਤਮ ਕਰ ਲਿਆ ਹੈ, ਜਿਹਨੇ ਆਪਣੇ ਆਪ ਨੂੰ ਮਾਈਨਸ ਕਰ ਲਿਆ ਹੈ ਤੇ ਗੁਰੂ ਦੀ ਮੱਤ ਦੇ ਉੱਤੇ ਚੱਲਦਾ ਪਿਆ ਹੈ। ਫਿਰ ਉਹਦੀਆਂ ਲੜੀਆਂ ਚੱਲਦੀਆਂ ਨੇ ਵੀ ਇੱਦਾਂ ਖਤਮ ਕਿੱਦਾਂ ਹੋਇਆ ਜਾਂਦਾ ਹੈ। ਇਹ ਦੋ ਪੌੜੀਆਂ ਇਸ ਪਾਸੇ ਦੀਆਂ ਹੋਰ ਨੇ। ਸਤਿਗੁਰੂ ਕਿਰਪਾ ਕਰਨ, ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹਨੂੰ ਵਿਚਾਰਾਂਗੇ। ਆਪ ਜੀ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ, ਮੇਰੇ ਪਾਸੋਂ ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ, ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।